So, students, in this session, we are going to begin with the topic some basic concepts of immunology, right? Immunology or immune system ਕੀ ਹੁੰਦਾ ਹੈ ਜਾਂ ਉਹਦੇ basic concepts, some terms related to it, ਉਹ ਅਸੀਂ ਅੱਜ discuss ਕਰਾਂਗੇ. So, let us begin with the definition of immune system, right? Students, see, ਸਾਡੀ body ਦਾ ਇੱਕ system, ਸਾਡੀ body ਦਾ ਇੱਕ mechanism ਜਿਹੜਾ ਸਾਨੂੰ ਬਹੁਤ ਤਰ੍ਹਾਂ ਦੇ ਇਨਫੈਕਸ਼ੀਅਸ ਏਜੰਟਸ ਜਾਂ ਡਿਜ਼ੀਜ਼ਸ ਤੋਂ ਪ੍ਰੋਟੈਕਟ ਕਰਦਾ ਜਾਂ ਡਿਫੈਂਸ ਕਰਦਾ ਉਸ ਨੂੰ ਅਸੀਂ ਇਮਿਊਨ ਸਿਸਟਮ ਕਹਿੰਦੇ ਹਾਂ, ਰਾਈਟ? ਸਾਡੀ ਬਾਡੀ ਦਾ ਸਿਸਟਮ ਜਿਹੜਾ ਸਾਨੂੰ ਬਹੁਤ ਸਾਰੇ ਤਰ੍ਹਾਂ ਦੇ ਇਨਫੈਕਸ਼ੀਅਸ ਏਜੰਟਸ ਤੋਂ ਪ੍ਰੋਟੈਕਟ ਕਰਦਾ ਉਸ ਸਿਸਟਮ ਨੂੰ ਅਸੀਂ ਇਮਿਊਨ ਸਿਸਟਮ ਕਹਿੰਦੇ ਹਾਂ, ਰਾਈਟ? ਵਾਟ ਇਜ਼ ਇਮਿਊਨੋਲੋਜੀ? So study of this immune system is called as immunology. Study of immune system is called as immunology, right? Next is immunity. So the ability of our body or the ability of an organism to fight against the disease causing organism. कोई ऑर्गेनिज्म है, कोई बैक्टीरिया है, कोई वायरस है ਜਿਹੜਾ ਸਾਨੂੰ ਡਿਜ਼ੀਜ਼ ਕਾਜ਼ ਕਰਦਾ ਹੈ, ਉਹਦੇ ਅਗੇਂਸਟ ਸਾਡੀ ਬਾਡੀ ਉਹ ਜਦੋਂ ਫਾਈਟ ਕਰਦੀ ਹੈ ਉਹਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ. ਅਸੀਂ ਕਹਿੰਦੇ ਹਾਂ ਨਾ ਕਿ ਸਾਡੀ ਬਾਡੀ ਦੀ ਇਮਿਊਨਿਟੀ ਹੈ ਕਿ ਉਹ ਇਹਦੇ ਅਗੇਂਸਟ ਲੜ ਰਿਹਾ ਹੈ. ਸੋ ਦੈਟ ਇਜ਼ ਇਮਿਊਨਿਟੀ. ਸੋ ਨੈਕਸਟ ਇਜ਼ टाइप्स ऑफ इम्यूनिटी, राइट? साडी बॉडी जिहड़ी माइक्रो ऑर्गेनिजम्स या कोई भी डिजीज़ कॉजिंग ऑर्गेनिज्म के अगेंस्ट लड़ती है, फाइट करती है, वो इम्यूनिटी कहलाती है. इम्यूनिटी टू टाइप्स की होंगी है. वन इज़ इनेट इम्यूनिटी एंड वन इज़ इनेट इम्यूनिटी एंड वन इज़ एक्वायर्ड इम्यूनिटी, राइट? फर्स्ट लेट्स डिस्कस इनेट इम्यूनिटी, राइट? सो स्टूडेंट्स, इनेट इम्यूनिटी की है? ਜਦੋਂ ਅਸੀਂ ਜਨਮ ਲੈਂਦੇ ਹਾਂ, ਬਰਥ ਲੈਂਦੇ ਹਾਂ, ਉਸ ਸਮੇਂ 'ਤੇ ਹੀ ਸਾਡੀ ਬਾਡੀ ਦੇ ਅੰਦਰ ਇੱਕ ਇਮਿਊਨਿਟੀ ਹੁੰਦੀ ਹੈ ਵਿਚ ਇਜ਼ ਐਕਚੁਅਲੀ ਨੋਨ ਸਪੈਸੀਫਿਕ. ਇੱਥੇ ਨੋਨ ਸਪੈਸੀਫਿਕ ਦਾ ਮਤਲਬ ਕੀ ਹੈ ਕਿ ਉਹ ਇਮਿਊਨਿਟੀ ਕਿਸੇ ਪਰਟੀਕੂਲਰ ਆਰਗੇਨਿਜ਼ਮ ਦੇ ਅਗੇਂਸਟ ਨਹੀਂ ਹੈ, ਜਨਰਲ ਹੈ, ਬਟ ਹੈ. ਹੁਣ ਉਹ ਇਮਿਊਨਿਟੀ ਸਾਨੂੰ ਕਿੱਥੋਂ ਆਈ? ਕਿਉਂਕਿ ਅਸੀਂ ਤਾਂ ਅਜੇ ਬਰਥ ਲਿਆ ਹੈ, ਤਾਂ ਉਹ ਇਮਿਊਨਿਟੀ ਓਬਵੀਅਸਲੀ ਸਾਨੂੰ ਸਾਡੀ ਮਦਰ ਤੋਂ ਆਈ ਹੈ, ਰਾਈਟ? ਸੋ ਇਨੀਟ ਇਮਿਊਨਿਟੀ ਕੀ ਹੈ? ਇੱਕ ਨੋਨ ਸਪੈਸੀਫਿਕ ਤਰ੍ਹਾਂ ਦੀ ਇਮਿਊਨਿਟੀ ਹੈ ਵਿਚ ਇਜ਼ ਪ੍ਰੈਜ਼ੈਂਟ ਐਟ ਦ ਟਾਈਮ ਆਫ ਬਰਥ ਦੇ ਟਾਈਮ 'ਚ ਹੁੰਦੀ ਹੈ, ਰਾਈਟ? ਸੋ ਇਹ ਜਿਹੜੀ ਇਮਿਊਨਿਟੀ ਹੈ ਇਹ ਕਿਵੇਂ ਸਾਡੀ ਬਾਡੀ ਦੇ ਵਿੱਚ ਆਉਂਦੀ ਹੈ ਜਾਂ ਕਿਵੇਂ ਲੜਦੀ ਹੈ ਅਗੇਂਸਟ, ਉਹਦੇ ਲਈ ਸਾਡੀ ਬਾਡੀ ਦੇ ਵਿੱਚ ਕੀ ਹੁੰਦੇ ਨੇ? ਬੈਰੀਅਰਸ. ਇਹ ਇਮਿਊਨਿਟੀ, ਇਨੇਟ ਇਮਿਊਨਿਟੀ ਜਿਹੜੀ ਬਾਏ ਬਰਥ ਸਾਡੇ ਵਿੱਚ ਹੈ, ਉਹ ਜਦੋਂ ਅਸੀਂ ਜਨਮ ਲਿਆ ਸਾਡੇ 'ਚ ਕਮਿਊਨਿਟੀ ਹੈ ਜਿਹੜੀ ਲੜੇਗੀ ਅਗੇਂਸਟ ਦ ਵੇਰੀਅਸ ਟਾਈਪ ਆਫ ਆਰਗੇਨਿਜ਼ਮ. ਸੋ ਉਹ ਕਿਵੇਂ ਸਾਡੀ ਬਾਡੀ ਦੇ ਵਿੱਚ ਫਾਈਟ ਕਰਦੀ ਹੈ ਅਗੇਂਸਟ ਵੇਰੀਅਸ ਆਰਗੇਨਿਜ਼ਮ ਜਾਂ ਵੇਰੀਅਸ ਡਿਜ਼ੀਜ਼ ਕਾਜ਼ਿੰਗ ਪੈਥੋਜਨਸ. ਸੋ ਉਹਦੇ ਲਈ ਕੁਝ ਬੈਰੀਅਰਸ ਨੇ ਜਿਹੜੇ ਅਸੀਂ ਹੁਣੇ ਡਿਸਕਸ ਕਰਾਂਗੇ, ਜਿਹੜੇ ਇਹ ਆਰਗੇਨਿਜ਼ਮਸ ਨੇ ਵਿਚ ਕਾਜ਼ਸ ਡਿਜ਼ੀਜ਼ਸ, ਉਹਨਾਂ ਦੀ ਐਂਟਰੀ ਨੂੰ ਰੋਕਦੇ ਹੈ. ਸੋ ਅਸੀਂ ਬੈਰੀਅਰਸ ਪੜ੍ਹਾਂਗੇ ਕਿਵੇਂ ਇਨੇਟ ਇਮਿਊਨਿਟੀ ਅਚੀਵ ਹੁੰਦੀ ਹੈ, ਕਿਵੇਂ ਇਨੇਟ ਇਮਿਊਨਿਟੀ ਸਾਡੀ ਬਾਡੀ ਦੇ ਵਿੱਚ ਕੰਮ ਕਰਦੀ ਹੈ, ਰਾਈਟ? ਸੋ ਸਭ ਤੋਂ ਪਹਿਲਾਂ ਸਾਡੇ ਕੋਲ ਬੈਰੀਅਰ ਆ ਗਿਆ ਫਿਜ਼ੀਕਲ ਬੈਰੀਅਰ, ਰਾਈਟ? ਸੋ ਫਿਜ਼ੀਕਲ ਬੈਰੀਅਰ ਕੀ? ਫਿਜ਼ੀਕਲੀ ਕੋਈ ਰੁਕਾਵਟ ਹੈ ਜਿਹੜੀ ਆਰਗੇਨਿਜ਼ਮਸ ਨੂੰ, ਡਿਜ਼ੀਜ਼ ਕਾਜ਼ਿੰਗ ਆਰਗੇਨਿਜ਼ਮ ਨੂੰ ਅੰਦਰ ਐਂਟਰ ਨਹੀਂ ਕਰਨ ਦੇ ਰਹੀ. ਸਭ ਤੋਂ ਪਹਿਲਾਂ ਅਤੇ ਸਭ ਤੋਂ ਇੰਪੋਰਟੈਂਟ ਬੈਰੀਅਰ ਹੈ ਸਾਡੇ ਕੋਲ ਸਕਿਨ, ਰਾਈਟ? ਸੋ ਸਕਿਨ ਇੱਕ ਤਰ੍ਹਾਂ ਦਾ ਫਿਜ਼ੀਕਲ ਬੈਰੀਅਰ ਹੈ ਸਾਡੀ ਬਾਡੀ ਦਾ ਜਿਹੜਾ ਮਾਈਕਰੋ ਆਰਗੇਨਿਜ਼ਮ ਨੂੰ ਜਾਂ ਡਿਜ਼ੀਜ਼ ਕਾਜ਼ਿੰਗ ਆਰਗੇਨਿਜ਼ਮ ਨੂੰ ਰੋਕਦਾ ਹੈ ਟੂ ਐਂਟਰ ਇਨ ਟੂ ਦ ਬਾਡੀ. ਸੋ ਸਟ੍ਰੇਟਮ ਕਾਰਨੀਅਮ ਵਿਚ ਇਜ਼ ਦ ਲੇਅਰ ਆਫ ਦ ਸਕਿਨ ਪ੍ਰੀਵੈਂਟ ਕਰਦੀ ਹੈ ਐਂਟਰੀ ਆਫ ਫੋਰਨ ਏਜੰਟਸ, ਰਾਈਟ? ਨੈਕਸਟ ਸਾਡੇ ਕੋਲ ਆ ਗਿਆ ਸਾਡੀ, ਇੱਕ ਤਾਂ ਅਸੀਂ ਸਕਿਨ ਦੀ ਗੱਲ ਕੀਤੀ, ਦੂਸਰਾ ਸਾਡਾ ਮਿਊਕਸ. ਪਤਾ ਨਾ ਸਾਡੀ ਬਾਡੀ ਦੇ ਵਿੱਚ ਕਈ ਜਗ੍ਹਾਵਾਂ 'ਤੇ ਮਿਊਕਸ ਸਿਕ੍ਰੀਟ ਹੁੰਦਾ, ਦੈਟ ਸਟਿਕੀ ਸਬਸਟੈਂਸ. ਸੋ ਮਿਊਕਸ ਕੀ ਕਰਦਾ? ਅਗਰ ਕੋਈ ਮਾਈਕਰੋ ਆਰਗੇਨਿਜ਼ਮ ਅੰਦਰ ਐਂਟਰ ਕਰ ਗਿਆ ਤਾਂ ਮਿਊਕਸ ਉਹਨੂੰ ਟਰੈਪ ਕਰ ਲੈਂਦਾ, ਠੀਕ ਹੈ, ਐਂਡ ਉਹਨੂੰ ਇਮੋਬਲਾਈਜ਼ ਕਰ ਦਿੰਦਾ. ਸਟੂਡੈਂਟਸ, ਇਮੋਬਲਾਈਜ਼ ਮੀਨਸ ਉਹਦੀ ਮੂਵਮੈਂਟ ਨੂੰ ਰਿਸਟ੍ਰਿਕਟ ਕਰ ਦਿੰਦਾ, ਰਾਈਟ? ਉਹਦੀ ਮੂਵਮੈਂਟ, ਉਹਨੂੰ ਮੂਵ ਨਹੀਂ ਕਰਨ ਦਿੰਦਾ, ਠੀਕ ਹੈ ਜੀ? ਸੋ ਇਹਦੇ ਨਾਲ ਕੀ ਹੈ, ਉਹ ਆਰਗੇਨਿਜ਼ਮ ਮੂਵ ਨਹੀਂ ਕਰਦਾ ਅਤੇ ਸਾਨੂੰ ਡਿਜ਼ੀਜ਼ ਕਾਜ਼ ਨਹੀਂ ਕਰਦਾ. ਦੈਨ ਇਜ਼ ਸੀਲੀਆ. ਅਸੀਂ ਦੇਖਦੇ ਹਾਂ ਸਾਡੀ ਕਈ ਇਹੋ ਜਿਹੇ ਪੈਸੇਜਸ ਨੇ ਜਿਨ੍ਹਾਂ ਵਿੱਚ ਸੀਲੀਆ, ਰੈਸਪੀਰੇਟਰੀ ਟਰੈਕ ਵਿੱਚ ਵੀ ਨੇ, ਰੀਪਰੋਡਕਟਿਵ ਸਿਸਟਮ ਦੇ ਵਿੱਚ ਅਸੀਂ ਫੈਲੋਪੀਅਨ ਟਿਊਬ 'ਚ ਵੀ ਪੜ੍ਹਿਆ. ਇਹ ਸੀਲੀਆ ਕੀ ਕਰਦੇ ਨੇ? ਜਦੋਂ ਮਿਊਕਸ ਨੇ ਮਾਈਕਰੋ ਆਰਗੇਨਿਜ਼ਮ ਨੂੰ ਆਪਣੇ ਅੰਦਰ ਟਰੈਪ ਕਰ ਲਿਆ ਤਾਂ ਸੀਲੀਆਂ ਲਾਈਕ ਬਰੂਮ, ਝਾੜੂ ਦੀ ਤਰ੍ਹਾਂ ਉਹਨੂੰ ਸਵੀਪ ਕਰਕੇ ਉਹਨੂੰ, ਜਾਂ ਜਿਹੜੇ ਡਸਟ ਪਾਰਟੀਕਲਸ ਜਾਂ ਮਾਈਕਰੋ ਆਰਗੇਨਿਜ਼ਮ ਉਹਨੂੰ ਫੈਰਿੰਗਸ ਵਿੱਚ ਲੈ ਜਾਂਦੇ ਨੇ. ਜਿਵੇਂ ਸਪੋਜ਼ ਸਾਡੀ ਰੈਸਪੀਰੇਟਰੀ ਟਰੈਕ ਵਿੱਚ ਕੋਈ ਮਾਈਕਰੋ ਆਰਗੇਨਿਜ਼ਮ ਜਾਂ ਡਸਟ ਪਾਰਟੀਕਲ ਚਲਾ ਗਿਆ, ਮਿਊਕਸ ਨੇ ਉਹਨੂੰ ਟਰੈਪ ਕਰਨਾ, ਸੀਲੀਆਂ ਨੇ ਉਹਨੂੰ ਸਵੀਪ ਕਰਕੇ ਝਾੜੂ ਦੀ ਤਰ੍ਹਾਂ ਫੈਰਿੰਗਸ ਵਿੱਚ ਲਿਆ ਦੇਣਾ. ਫੈਰਿੰਗਸ 'ਚੋਂ ਅਸੀਂ ਉਹਨੂੰ ਬਾਹਰ, ਬਾਡੀ ਤੋਂ ਬਾਹਰ ਨਿਕਾਲ ਦਿਆਂਗੇ.
ਰਾਈਟ। ਸੋ ਅਸੀਂ ਦੇਖ ਸਕਦੇ ਹਾਂ ਮਿਊਕਸ ਕੋਟਿੰਗ ਆਫ ਐਪੀਥੀਲੀਅਮ, ਲਾਈਨਿੰਗ ਆਫ ਦਾ ਰੈਸਪੀਰੇਟਰੀ, ਗੈਸਟ੍ਰੋਇੰਟੇਸਟਾਈਨਲ ਐਂਡ ਯੂਰਾਈਨੋਜੈਨੀਟਲ ਟਰੈਕ ਆਲਸੋ ਹੈਲਪ ਇਨ ਟਰੈਪਿੰਗ। ਆਹ ਜਿਹੜੇ ਤਿੰਨ ਅਸੀਂ ਟਰੈਕਸ ਪੜ੍ਹੇ ਨੇ, ਜਿਹੜੇ ਸਾਡੇ ਅੰਦਰ ਨੇ, ਰੈਸਪੀਰੇਟਰੀ ਸਿਸਟਮ ਦਾ ਇੱਕ ਪੈਸੇਜ ਹੈ, ਗੈਸਟ੍ਰੋਇੰਟੇਸਟਾਈਨਲ ਡਾਈਜੈਸਟਿਵ ਸਿਸਟਮ ਨਾਲ ਰਿਲੇਟਡ ਪੈਸੇਜ ਹੈ, ਯੂਰਾਈਨੋਜੈਨੀਟਲ ਓਬਵੀਅਸਲੀ ਐਕਸਕ੍ਰੀਟਰੀ ਸਿਸਟਮ ਨਾਲ ਰਿਲੇਟਡ ਇੱਕ ਪੈਸੇਜ ਹੈ। ਸੋ ਇਹ ਜਿਹੜੇ ਤਿੰਨ ਟਰੈਕਸ ਨੇ ਇਹਦੇ ਅੰਦਰ ਵੀ ਮਿਊਕਸ ਕੋਟਿੰਗ ਹੁੰਦੀ ਹੈ, ਮਤਲਬ ਮਿਊਕਸ ਕੋਟਿਡ ਐਪੀਥੀਲੀਅਮ ਹੁੰਦੀ ਹੈ। ਸੋ ਉਹ ਵੀ ਜਿਹੜੀ ਹੈ ਮਾਈਕਰੋ ਆਰਗੇਨਿਜ਼ਮ ਨੂੰ ਟਰੈਪ ਕਰਦੀ ਹੈ ਅਤੇ ਇਨਹਿਬਿਟ ਕਰਦੀ ਹੈ ਟੂ ਟਰੈਪ ਕਰਕੇ ਉਹਨੂੰ ਰੋਕਦੀ ਹੈ, ਸੋ ਦੈਟ ਦੇ ਕੈਨੋਟ ਪ੍ਰੋਡਿਊਸ ਔਰ ਕਾਜ਼ ਐਨੀ ਡਿਜ਼ੀਜ਼, ਰਾਈਟ। ਸੋ ਦੀਜ਼ ਆਰ ਦਾ ਫਿਜ਼ੀਕਲ ਬੈਰੀਅਰਸ ਜਿਹੜੇ ਸਾਡੀ ਬਾਡੀ ਦੇ ਵਿੱਚ ਸਾਨੂੰ ਪ੍ਰੋਟੈਕਟ ਕਰਦੇ ਨੇ ਅਗੇਂਸਟ ਵੇਰੀਅਸ ਟਾਈਪਸ ਆਫ ਡਿਜ਼ੀਜ਼ ਕਾਜ਼ਿੰਗ ਆਰਗੇਨਿਜ਼ਮ। ਸਟੂਡੈਂਟਸ ਇੱਥੋਂ ਹੀ ਇੱਕ ਗੱਲ ਕਲੀਅਰ ਹੋ ਰਹੀ ਹੈ, ਹੁਣ ਜਿਵੇਂ ਸਕਿਨ ਹੈ, ਇਹ ਨॉन ਸਪੈਸੀਫਿਕ ਟਾਈਪ ਆਫ ਬੈਰੀਅਰ ਹੈ। ਵਾਈ ਨॉन ਸਪੈਸੀਫਿਕ? ਕਿਉਂਕਿ ਇਹ ਕਿਹੜਾ ਕਿਸੇ ਪਰਟੀਕੂਲਰ ਆਰਗੇਨਿਜ਼ਮ ਨੂੰ ਦੇਖ ਕੇ ਉਹਨੂੰ ਸਟਾਪ ਕਰੇਗੀ ਕਿ ਨਹੀਂ ਆਉਣਾ ਅੰਦਰ, ਸੋ ਜਨਰਲ ਕਰੇਗੀ ਨਾ। ਦੈਟ ਇਜ਼ ਵਾਈ ਇਹਨੂੰ ਅਸੀਂ ਇਨੇਟ ਇਮਿਊਨਿਟੀ 'ਚ ਪੜ੍ਹ ਰਹੇ ਹਾਂ। ਅਸੀਂ ਪਹਿਲੀ ਲਾਈਨ 'ਚ ਹੀ ਪੜ੍ਹਿਆ ਸੀ ਕਿ ਇਨੇਟ ਇਮਿਊਨਿਟੀ ਇਜ਼ ਨॉन ਸਪੈਸੀਫਿਕ ਟਾਈਪ ਆਫ ਇਮਿਊਨਿਟੀ, ਰਾਈਟ। ਸੋ ਫਸਟ ਤਰ੍ਹਾਂ ਦਾ ਅਸੀਂ ਬੈਰੀਅਰ ਪੜ੍ਹ ਰਹੇ ਹਾਂ ਫਿਜ਼ੀਕਲ ਬੈਰੀਅਰ। ਸੈਕਿੰਡ ਸਾਡੇ ਕੋਲ ਸਟੂਡੈਂਟਸ ਆ ਗਿਆ ਫਿਜ਼ੀਓਲੋਜੀਕਲ ਬੈਰੀਅਰ, ਰਾਈਟ। ਸੋ ਫਿਜ਼ੀਓਲੋਜੀਕਲ ਬੈਰੀਅਰ ਦੇ ਵਿੱਚ ਸਾਡੇ ਕੋਲ ਕੀ ਹੈ? ਐਸਿਡ ਇਨ ਦਾ ਸਟਮਕ ਸੀ ਅਸੀਂ ਪੜ੍ਹਦੇ ਹਾਂ ਜਦੋਂ ਡਾਈਜੈਸ਼ਨ ਸਟਾਰਟ ਹੁੰਦੀ ਹੈ, ਰਾਈਟ। ਉਹਦੇ ਵਿੱਚ ਕੀ ਹੈ? ਐਸਿਡ HCl ਪੈਦਾ ਹੁੰਦਾ। ਉਹ HCl ਵੀ ਅਗਰ ਸਪੋਜ਼ ਤੁਸੀਂ ਖਾਣੇ ਦੇ ਨਾਲ ਕੋਈ ਤੁਹਾਡੇ ਅੰਦਰ ਕੋਈ ਮਾਈਕਰੋ ਆਰਗੇਨਿਜ਼ਮ ਚਲਾ ਜਾਂਦਾ ਡਿਜ਼ੀਜ਼ ਕਾਜ਼ਿੰਗ, ਤਾਂ ਐਸਿਡ ਜਿਹੜਾ ਹੈ ਉਹਨੂੰ ਕਿਲ ਕਰ ਦੇਗਾ। ਦੈਨ ਈਵਨ ਯੂਅਰ ਸਲਾਈਵਾ ਇਨ ਦਾ ਮਾਊਥ, ਇਹ ਵੀ ਬੈਕਟੀਰੀਆ ਨੂੰ ਜਾਂ ਮਾਈਕਰੋ ਆਰਗੇਨਿਜ਼ਮ ਦੀ ਗਰੋਥ ਨੂੰ ਰੋਕਦੀ ਹੈ। ਦੈਨ ਟੀਅਰਸ ਇਨ ਦਾ ਆਈਜ਼, ਇਹ ਵੀ ਮਾਈਕਰੋਬੀਅਲ ਗਰੋਥ ਨੂੰ ਪ੍ਰੀਵੈਂਟ ਕਰਦੇ ਆ। ਦੈਨ ਕੁਛ ਬੈਕਟੀਰੀਆ ਦੇ ਲਿਵ ਇਨ ਦਾ ਵਜਾਈਨਾ ਵਿਚ ਇਜ਼ ਦਾ ਫੀਮੇਲ ਰੀਪਰੋਡਕਟਿਵ ਪਾਰਟ। ਸੋ ਉਹ ਜਿਹੜੇ ਬੈਕਟੀਰੀਆ ਨੇ ਇਹ ਲੈਕਟਿਕ ਐਸਿਡ ਪੈਦਾ ਕਰਦੇ ਨੇ। ਥੀਜ਼ ਆਰ ਦ ਗੁੱਡ ਬੈਕਟੀਰੀਆਜ਼, ਰਾਈਟ। ਸੋ ਇਹ ਬੈਕਟੀਰੀਆ ਲੈਕਟਿਕ ਐਸਿਡ ਪੈਦਾ ਕਰਦੇ। ਲੈਕਟਿਕ ਐਸਿਡ ਫਿਰ ਹਾਰਮਫੁਲ ਬੈਕਟੀਰੀਆਜ਼ ਨੂੰ ਜਾਂ ਫੋਰਨ ਬੈਕਟੀਰੀਆਜ਼ ਨੂੰ ਕਿਲ ਕਰਦੇ ਆ, ਰਾਈਟ। ਵਨ ਟਾਈਪ ਆਫ ਬੈਕਟੀਰੀਆ ਹੈਲਪਸ ਟੂ eliminate or kill other type of harmful bacteria, right। ਸੋ ਕੀ ਸਟੱਡੀ ਕਰ ਰਹੇ ਹਾਂ ਅਸੀਂ? ਕਿਵੇਂ ਸਾਡੀ ਬਾਡੀ ਨॉन ਸਪੈਸੀਫਿਕ ਜਾਂ ਇਨੇਟ ਇਮਿਊਨਿਟੀ ਨੂੰ ਕਿਵੇਂ ਕੰਮ ਕਰਦੀ, ਇਨੇਟ ਇਮਿਊਨਿਟੀ ਲਾਈਕ ਜਿਹੜੀ ਬਾਈ ਬਰਥ ਹੀ ਸਾਡੇ ਵਿੱਚ ਹੈ। ਸੋ ਥਰਡ ਟਾਈਪ ਆਫ ਬੈਰੀਅਰ ਵਿਚ ਵੀ ਆਰ ਗੋਇੰਗ ਟੂ ਡਿਸਕਸ ਆਰ ਸਾਈਟੋਕਾਈਨ ਬੈਰੀਅਰਸ, ਰਾਈਟ। ਹੁਣ ਸਾਈਟੋਕਾਈਨ ਬੈਰੀਅਰਸ ਦਾ ਕੀ ਮਤਲਬ ਹੈ? ਪਹਿਲਾਂ ਤਾਂ ਅਸੀਂ ਇਹ ਦੇਖਣਾ ਹੈ ਵਾਟ ਆਰ ਸਾਈਟੋਕਾਈਨਸ, ਰਾਈਟ। ਅਗਰ ਸਾਨੂੰ ਸਾਈਟੋਕਾਈਨਸ ਪਤਾ ਹੋਏਗਾ ਦੈਨ ਓਨਲੀ ਅਸੀਂ ਸਾਈਟੋਕਾਈਨ ਬੈਰੀਅਰਸ ਅੰਡਰਸਟੈਂਡ ਕਰ ਪਾਵਾਂਗੇ। ਸੋ ਸਾਈਟੋਕਾਈਨਸ ਆਰ ਦ ਸਮਾਲ ਮੋਲੈਕਿਊਲਸ, ਥੀਜ਼ ਆਰ ਦ ਸਮਾਲ ਮੋਲੈਕਿਊਲਸ। ਇਹ ਕੌਣ ਪੈਦਾ ਕਰਦਾ? ਇਹ ਸਾਡੇ ਸੈੱਲ ਪੈਦਾ ਕਰਦੇ ਨੇ। ਸਪੋਜ਼ ਸਾਡੀ ਬਾਡੀ ਦੇ ਵਿੱਚ ਕੋਈ ਬਾਹਰੋਂ ਕੋਈ ਆਰਗੇਨਿਜ਼ਮ ਆਇਆ ਜਾਂ ਕੋਈ ਫੋਰਨ ਆਬਜੈਕਟ ਆਉਂਦਾ, ਉਹ ਇੱਕ ਤਰ੍ਹਾਂ ਦਾ ਸਟਿਮੂਲਸ ਦੀ ਤਰ੍ਹਾਂ ਕੰਮ ਕਰਦਾ। ਸਟਿਮੂਲਸ ਮੀਨਸ ਜਦੋਂ ਸਟਿਮੂਲਸ ਆਉਂਦਾ ਸਾਡੀ ਬਾਡੀ ਰਿਸਪੌਂਡ ਕਰਦੀ ਹੈ। ਸੋ ਜਦੋਂ ਇਹ ਸਟਿਮੂਲਸ ਆਉਂਦਾ ਹੈ ਸਾਡੀ ਬਾਡੀ ਦੇ ਸੈਲਸ ਸਾਈਟੋਕਾਈਨਸ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਸਾਈਟੋਕਾਈਨਸ ਦੀ ਐਗਜ਼ਾਮਪਲ ਹੈ ਜਿਵੇਂ ਇੰਟਰਫੇਰੋਨਸ ਤੇ ਇੰਟਰਲਿਊਕਿਨਸ। ਸੋ ਸਪੋਜ਼ ਕੋਈ ਸੈੱਲ ਹੈ ਜਿਹਨੂੰ ਵਾਇਰਸ ਨੇ ਇਨਫੈਕਟ ਕਰਤਾ ਹੈ, ਉਹ ਕੀ ਪੈਦਾ ਕਰੇਗਾ? ਇੰਟਰਫੇਰੋਨਸ, ਅ ਟਾਈਪ ਆਫ ਸਾਈਟੋਕਾਈਨਸ ਵਿਚ ਪ੍ਰੋਟੈਕਟ ਨॉन ਇਨਫੈਕਟਡ ਸੈੱਲ। ਹੁਣ ਕੀ ਹੈ, ਉਹ ਵਾਲੇ ਸੈੱਲ ਤਾਂ ਇਨਫੈਕਟ ਹੋ ਗਏ ਪਰ ਉਹਨਾਂ ਨੇ ਫਰਦਰ ਇੰਟਰਫੇਰੋਨਸ ਜਾਂ ਸਾਈਟੋਕਾਈਨਸ ਪੈਦਾ ਕਰਤੇ ਜਿਹੜੇ ਰੈਸਟ ਆਫ ਦਾ ਸੈੱਲ ਹੈ ਜਿਨ੍ਹਾਂ ਨੂੰ ਹਜੇ ਇਨਫੈਕਸ਼ਨ ਨਹੀਂ ਹੋਈ, ਐਟਲੀਸਟ ਉਹ ਪ੍ਰੋਟੈਕਟ ਹੋ ਜਾਣਗੇ ਤਾਂ ਕਿ ਹੋਰ ਸੈੱਲਸ ਇਨਫੈਕਟਡ ਨਾ ਹੋਣ। ਠੀਕ ਹੈ ਜੀ। ਦਿਸ ਇਜ਼ ਆਲਸੋ ਅ ਟਾਈਪ ਆਫ ਬੈਰੀਅਰ ਜਿਹੜਾ ਇਨੇਟ ਇਮਿਊਨਿਟੀ ਪ੍ਰੋਵਾਈਡ ਕਰਦਾ। ਲਾਸਟ ਇਜ਼ ਸੈਲੂਲਰ ਬੈਰੀਅਰ, ਰਾਈਟ। ਸਾਡੇ ਕਈ ਤਰ੍ਹਾਂ ਦੇ ਵਾਈਟ ਬਲੱਡ ਸੈਲਸ ਵਿਚ ਆਰ ਆਲਸੋ ਕਾਲਡ ਐਜ਼ ਲਿਊਕੋਸਾਈਟਸ। ਇਹ ਵੀ ਸਾਡੀ ਬਾਡੀ ਦੇ ਵਾਈਟ ਬਲੱਡ ਸੈਲਸ ਵੀ ਇਹੋ ਜਿਹੇ ਨੇ ਜਿਹੜੇ ਸਾਡੇ ਬਾਹਰੋਂ ਕੋਈ ਆਰਗੇਨਿਜ਼ਮ ਆਉਂਦਾ ਸਾਡੀ ਬਾਡੀ ਦੇ ਵਿੱਚ ਉਹਨੂੰ ਫੈਗੋਸਿਟਾਈਜ਼ ਕਰ ਲੈਂਦੇ। ਫੈਗੋਸਿਟਾਈਜ਼ ਮੀਨ ਦੇ ਐਨਗਲਫ, ਖਾ ਜਾਂਦੇ ਨੇ ਉਹਨੂੰ ਤੇ ਡਿਸਟਰੋਏ ਕਰ ਦਿੰਦੇ ਨੇ। ਉਹਨਾਂ ਵਿੱਚ ਕੁਝ ਐਗਜ਼ਾਮਪਲ ਦੱਸ ਦਿੰਦੀ ਹਾਂ ਮੈਂ। ਵਾਈਟ ਬਲੱਡ ਸੈੱਲ ਜਿਹੜੇ ਫੈਗੋਸਿਟਾਈਜ਼ ਕਰਦੇ ਆ ਫੋਰਨ ਚੀਜ਼ਾਂ ਨੂੰ, ਫੋਰਨ ਬੈਕਟੀਰੀਆ ਨੂੰ ਜਾਂ ਫੋਰਨ ਥਿੰਗਸ ਨੂੰ, ਉਹਨਾਂ 'ਚ ਇੱਕ ਹੈ PMNL ਨਿਊਟ੍ਰੋਫਿਲਸ, ਪੋਲੀਮੋਰਫੋ ਨਿਊਕਲੀਅਰ ਲਿਊਕੋਸਾਈਟਸ, ਮੋਨੋਸਾਈਟਸ, NK ਸੈੱਲ ਨੈਚੁਰਲ ਕਿਲਰ ਸੈੱਲ ਇਨ ਦਾ ਬਲੱਡ, ਤੇ ਟਿਸ਼ੂਜ਼ ਦੇ ਵਿੱਚ ਮੈਕਰੋਫਾਜਿਸ। ਆਲ ਦੀਜ਼ ਸੈਲਸ ਦੇ ਫੈਗੋਸਿਟਾਈਜ਼, ਖਾਣਾ, ਐਨਗਲਫ ਕਰਨਾ, ਨਿਗਲਣਾ ਤੇ ਡਿਸਟਰੋਏ ਕਰਦੇ ਨੇ ਮਾਈਕਰੋ ਆਰਗੇਨਿਜ਼ਮ ਨੂੰ। ਸੋ ਇਹ ਸੀ ਬੱਚੇ 4 ਤਰ੍ਹਾਂ ਦੇ ਬੈਰੀਅਰਸ ਜਿਹੜੇ ਸਾਡੀ ਬਾਡੀ ਦੇ ਵਿੱਚ ਇਨੇਟ ਇਮਿਊਨਿਟੀ ਪ੍ਰੋਵਾਈਡ ਕਰਾਉਂਦੇ ਆ। ਇਨੇਟ ਇਮਿਊਨਿਟੀ ਮੀਨਸ ਨॉन ਸਪੈਸੀਫਿਕ ਇਮਿਊਨਿਟੀ
ਜਿਹੜੀ ਸਾਨੂੰ ਬਾਏ ਬਰਥ ਹੀ ਹੈ, ਰਾਈਟ। ਇਹਨਾਂ 'ਚੋਂ ਕੋਈ ਵੀ ਬੈਰੀਅਰ ਮੈਨੂੰ ਐਸਾ ਨਹੀਂ ਲੱਗਾ ਜਿਹੜਾ ਜਿੱਤੇ ਆਪਾਂ ਇਹ ਡਿਸਕਸ ਕੀਤਾ ਹੋਵੇ ਕਿ ਸਪੈਸੀਫਿਕ ਤਰ੍ਹਾਂ ਦੇ ਆਰਗੇਨਿਜ਼ਮ ਨੂੰ ਹੀ ਬਸ ਰੋਕਦਾ ਸਾਰਿਆਂ ਨੂੰ, ਨਹੀਂ, ਨੋ। ਸੋ ਇਹ ਜਨਰਲੀ ਸਾਰੇ ਤਰ੍ਹਾਂ ਦੇ ਆਰਗੇਨਿਜ਼ਮ ਨੂੰ ਰੋਕਦਾ, ਦੈਟ ਇਜ਼ ਵਾਈ ਇਹ ਨੋਨ ਸਪੈਸੀਫਿਕ ਇਮਿਊਨਿਟੀ ਦੇ ਅੰਡਰ ਆਉਂਦਾ, ਰਾਈਟ। So next type of immune system or immunity is acquired immunity. Next type of immunity is acquired immunity, right? ਇੱਕ ਅਸੀਂ ਕੀਤੀ innate, ਹੁਣ ਅਸੀਂ second ਕਰਨ ਜਾ ਰਹੇ ਹਾਂ acquired immunity or specific immunity. ਇਹਦਾ ਮਤਲਬ ਇਹ ਉਹ ਇਮਿਊਨਿਟੀ ਹੈ ਜਿਹੜੀ ਸਪੈਸੀਫਿਕ ਤਰ੍ਹਾਂ ਦੇ ਆਰਗੇਨਿਜ਼ਮ ਜਾਂ ਸਪੈਸੀਫਿਕ ਤਰ੍ਹਾਂ ਦੇ ਪੈਥੋਜਨ ਦੇ ਨਾਲ ਲੜਾਈ ਕਰੂਗੀ ਜਾਂ ਸਪੈਸੀਫਿਕ ਤਰ੍ਹਾਂ ਦੇ ਪੈਥੋਜਨ ਦੇ ਅਗੇਂਸਟ ਕੰਮ ਕਰੇਗੀ। ਅੰਡਰਸਟੈਂਡ? ਇਨੇਟ ਇਮਿਊਨਿਟੀ ਜਨਰਲੀ ਲੜਦੀ ਹੈ, ਇਹ ਸਪੈਸੀਫਿਕ ਤਰ੍ਹਾਂ ਦੇ ਪੈਥੋਜਨ ਨਾਲ ਫਾਈਟ ਕਰਦੀ ਹੈ। ਸੋ acquired immunity ਦੇ ਅਸੀਂ ਕੁਝ ਕਰੈਕਟਰ ਕਰਾਂਗੇ। ਵੀ ਹੈਵ 4 to 5 ਕਰੈਕਟਰਸ ਆਫ acquired immunity। ਨੰਬਰ 1 ਇਜ਼, ਇਹਦਾ ਪਹਿਲਾ ਇੰਪੋਰਟੈਂਟ ਕਰੈਕਟਰ ਜਿਹੜਾ ਮੈਂ ਹੁਣੇ ਕਿਹਾ, ਦੈਟ ਇਜ਼ ਸਪੈਸੀਫਿਸਿਟੀ। ਇਹ ਸਪੈਸੀਫਿਕ ਤਰ੍ਹਾਂ ਦੇ ਫੋਰਨ ਮੋਲੈਕਿਊਲ ਦੇ ਅਗੇਂਸਟ ਜਾਂ ਫੋਰਨ ਮਾਈਕਰੋ ਆਰਗੇਨਿਜ਼ਮ ਦੇ ਅਗੇਂਸਟ ਫਾਈਟ ਕਰਦੀ ਹੈ। ਇਹ ਡਿਸਟਿੰਗੁਇਸ਼ ਕਰ ਸਕਦੀ ਹੈ ਕਿ ਕਿਹੜਾ ਮਾਈਕਰੋ ਆਰਗੇਨਿਜ਼ਮ ਹੈ, ਬੈਕਟੀਰੀਆ ਹੈ, ਵਾਇਰਸ ਹੈ, ਕਿਹਦੇ ਅਗੇਂਸਟ ਲੜਨਾ ਹੈ। ਸੈਕਿੰਡ ਇਜ਼ ਡਾਇਵਰਸਿਟੀ। ਇਹ ਡਿਸਟਿੰਗੁਇਸ਼ ਜਾਂ ਲੱਭ ਸਕਦੀ ਹੈ, ਜਿਹੜੀ ਗੱਲ ਮੈਂ ਹੁਣੇ ਕਹਿਤੀ, ਪਹਿਲਾਂ ਹੀ ਕਹਿਤੀ ਕਿ ਇਹ ਰੈਕੋਗਨਾਈਜ਼ ਕਰ ਸਕਦੀ ਹੈ ਵਾਸਟ ਵੈਰਾਈਟੀ ਆਫ ਫੋਰਨ ਮੋਲੈਕਿਊਲ, ਬਹੁਤ ਸਾਰੇ ਤਰ੍ਹਾਂ ਦੇ ਫੋਰਨ ਮੋਲੈਕਿਊਲਸ ਨੂੰ ਇਹ ਰੈਕੋਗਨਾਈਜ਼ ਕਰ ਸਕਦੀ ਕਿ ਕਿਹੜਾ ਹੈ ਅਤੇ ਕਿਹਦੇ ਅਗੇਂਸਟ ਇਹਨੇ ਫਾਈਟ ਕਰਨਾ ਹੈ। ਥਰਡ ਇਜ਼ ਡਿਸਕ੍ਰਿਮੀਨੇਸ਼ਨ ਬਿਟਵੀਨ ਸੈਲਫ ਐਂਡ ਨੋਨ ਸੈਲਫ, ਦੈਟ ਦਿਸ ਇਜ਼ ਵੈਰੀ ਇੰਪੋਰਟੈਂਟ। ਸਾਡੀ ਬਾਡੀ ਦਾ ਇੱਕ ਸਮਝ ਲਓ ਇੱਕ ਸਿਸਟਮ ਹੈ ਜਿਹੜਾ ਫੋਰਨ ਪਾਰਟੀਕਲਸ ਔਰ ਆਬਜੈਕਟਸ ਜਾਂ ਮਾਈਕਰੋ ਆਰਗੇਨਿਜ਼ਮ ਦੇ ਅਗੇਂਸਟ ਲੜ ਰਿਹਾ, ਰਾਈਟ। ਪਰ ਅਗਰ ਸਾਡੀ ਬਾਡੀ ਦੇ ਵਿੱਚ ਕੋਈ ਸੈਲਫ ਚੀਜ਼ ਆ, ਆਪਣੀ ਹੀ ਚੀਜ਼ ਹੈ, ਦੈਟ ਇਜ਼ ਆਲਰੇਡੀ ਪ੍ਰੈਜ਼ੈਂਟ ਇਨਸਾਈਡ ਦਾ ਬਾਡੀ, ਕਿੱਥੇ ਇਮਿਊਨਿਟੀ ਜਾਂ ਇਮਿਊਨ ਸਿਸਟਮ ਉਹਦੇ ਅਗੇਂਸਟ ਹੀ ਨਾ ਲੜ ਪਵੇ, ਤਾਂ ਸਾਡੀ ਜਿਹੜੀ ਇਹ ਇਮਿਊਨਿਟੀ ਹੈ, ਐਕਵਾਇਰਡ ਇਮਿਊਨਿਟੀ, ਜਿਹੜੀ ਸਾਨੂੰ ਬਰਥ ਲੈਣ ਤੋਂ ਬਾਅਦ ਅਸੀਂ ਐਕਵਾਇਰ ਕਰਦੇ ਹਾਂ, ਇਹ ਪਹਿਲਾਂ ਨਹੀਂ ਹੁੰਦੀ। ਤਾਂ ਇਹ ਵਾਲੀ ਇਮਿਊਨਿਟੀ ਨੂੰ ਸੈਲਫ ਅਤੇ ਨੋਨ ਸੈਲਫ ਦਾ ਫਰਕ ਪਤਾ ਹੈ। ਇਹਨੂੰ ਪਤਾ ਹੈ ਕਿ ਜੇ ਕੋਈ ਚੀਜ਼ ਸੈਲਫ ਹੈ, ਇਹ ਉਹਦੇ ਅਗੇਂਸਟ ਰਿਸਪੌਂਡ ਨਹੀਂ ਕਰੂਗੀ, ਵੀ ਆਪਣੀ ਹੈ। ਜੇ ਕੋਈ ਚੀਜ਼ ਨੋਨ ਸੈਲਫ ਹੈ ਤੇ ਇਹ ਉਹਦੇ ਅਗੇਂਸਟ ਰਿਸਪੌਂਡ ਕਰੂਗੀ। ਸੋ ਇਹ ਇੱਕ ਇੰਪੋਰਟੈਂਟ ਕਰੈਕਟਰ ਹੈ ਐਕਵਾਇਰਡ ਇਮਿਊਨਿਟੀ ਦਾ, ਰਾਈਟ। ਸੋ ਨੈਕਸਟ ਲਾਸਟ ਇਜ਼ ਮੈਮਰੀ, ਰਾਈਟ। ਸੋ ਮੈਮਰੀ 'ਚ ਕੀ ਹੈ, ਅਗਰ ਇਮਿਊਨ ਸਿਸਟਮ ਦੇ ਇਹ ਵਾਲਾ ਜਿਹੜਾ ਇਮਿਊਨਿਟੀ ਆਪਾਂ ਇਮਿਊਨ ਸਿਸਟਮ ਕਹਿ ਰਹੇ ਹਾਂ, ਕੋਈ ਫੋਰਨ ਆਬਜੈਕਟ ਆ ਜਾਂਦਾ ਫॉर द ਵੈਰੀ ਫਸਟ ਟਾਈਮ, ਸਾਡੀ ਬਾਡੀ 'ਚ ਕੋਈ ਮਾਈਕਰੋ ਆਰਗੇਨਿਜ਼ਮ, ਕੋਈ ਬੈਕਟੀਰੀਆ, ਕੋਈ ਵਾਇਰਸ ਫॉर द ਵੈਰੀ ਫਸਟ ਟਾਈਮ ਆਇਆ ਹੈ, ਠੀਕ ਹੈ। ਸਾਡੀ ਬਾਡੀ ਨੇ ਉਹਦੇ ਅਗੇਂਸਟ ਕੀ ਕਰਨਾ, ਰਿਸਪੌਂਸ ਦੇਣਾ। ਦੈਟ ਰਿਸਪੌਂਸ ਫॉर द ਫਸਟ ਟਾਈਮ, ਜਿਹੜਾ ਪਹਿਲੀ ਵਾਰੀ ਆਇਆ ਰਿਸਪੌਂਸ, ਅਸੀਂ ਉਹਨੂੰ ਕਹਿੰਦੇ ਪ੍ਰਾਇਮਰੀ ਰਿਸਪੌਂਸ, ਠੀਕ ਹੈ। ਜਿਹਦੀ ਇੰਟੈਂਸਿਟੀ, ਜਿਹਦੀ ਤੁਸੀਂ ਕਹਿ ਲਓ ਇੱਕ ਤਰ੍ਹਾਂ ਦਾ ਰਿਸਪੌਂਸ ਜਿਹੜਾ ਥੋੜ੍ਹਾ ਜਿਹਾ ਲੋ ਇੰਟੈਂਸਿਟੀ ਵਾਲਾ ਰਿਸਪੌਂਸ ਹੈ। ਲੇਕਿਨ ਅਗਰ ਉਹੀ ਵਾਲਾ ਆਰਗੇਨਿਜ਼ਮ, ਸੇਮ ਆਰਗੇਨਿਜ਼ਮ ਦੁਬਾਰਾ ਆਉਂਦਾ ਹੈ, ਦੁਬਾਰਾ ਆ ਗਿਆ, ਥਰਡ ਟਾਈਮ ਆ ਗਿਆ, ਫੋਰਥ ਟਾਈਮ ਆ ਗਿਆ, ਤਾਂ ਸਾਡੀ ਬਾਡੀ ਬਹੁਤ ਇੱਕ ਸਟਰੋਂਗ ਰਿਸਪੌਂਸ ਦਿੰਦੀ ਹੈ, ਜਿਹਨੂੰ ਅਸੀਂ ਸੈਕੰਡਰੀ ਰਿਸਪੌਂਸ ਕਹਿੰਦੇ ਹਾਂ, ਰਾਈਟ। ਤਾਂ ਐਕਚੁਅਲੀ ਮੈਮਰੀ ਵਰਡ ਇੱਥੇ ਕਿਵੇਂ ਆਇਆ ਕਿ ਜਦੋਂ ਇੱਕ ਵਾਰੀ ਰਿਸਪੌਂਸ ਦੇ ਦਿੱਤਾ ਪ੍ਰਾਇਮਰੀ, ਤਾਂ ਅਗੇਨ ਜਦੋਂ ਸੇਮ ਅਗੇਨ ਉਹੀ ਵਾਲਾ ਆਰਗੇਨਿਜ਼ਮ ਦੁਬਾਰਾ ਆਉਂਦਾ ਤਾਂ ਸਾਡੇ ਜਿਹੜੇ ਕੁਝ ਸੈਲਸ ਹੁੰਦੇ ਉਹਨਾਂ ਦੀ ਮੈਮਰੀ 'ਚ, ਸਮਝ ਲਓ ਮੈਮਰੀ 'ਚ ਬਹਿ ਗਿਆ ਕਿ ਇਹ ਵਾਲਾ ਆਰਗੇਨਿਜ਼ਮ ਦੇ ਅਗੇਂਸਟ ਹੁਣ ਦੁਬਾਰਾ ਤੋਂ ਰਿਸਪੌਂਸ ਕਰਨਾ, ਉਹਨੂੰ ਸੈਕੰਡਰੀ ਰਿਸਪੌਂਸ ਕਹਿੰਦੇ ਆ। ਪ੍ਰਾਇਮਰੀ ਰਿਸਪੌਂਸ ਹਲਕਾ ਜਿਹਾ ਵੀਕ ਹੁੰਦਾ, ਸੈਕੰਡਰੀ ਸਟਰੋਂਗ ਹੁੰਦਾ, ਕਿਉਂਕਿ ਦੇਖੋ ਅਗਰ ਤੁਹਾਨੂੰ ਕੋਈ ਚੀਜ਼ ਪਹਿਲੀ ਵਾਰੀ ਦੱਸੀ ਜਾਏ ਤਾਂ ਜਾਂ ਤੁਹਾਨੂੰ ਹਲਕਾ ਫੁਲਕਾ ਪਤਾ ਹੋਏ, ਅਤੇ ਜਦੋਂ ਤੁਸੀਂ ਉਹੀ ਸੇਮ ਚੀਜ਼ ਤੁਹਾਨੂੰ ਰੋਜ਼ ਰਿਪੀਟ ਕਰਾਈ ਜੇ, ਤੁਹਾਡਾ ਰਿਸਪੌਂਸ ਸਟਰੋਂਗ ਹੋਏਗਾ, ਰਾਈਟ। ਸੋ ਉਹ ਕੀ ਹੁੰਦਾ ਸਾਡੇ ਕੋਲ, ਮੈਮਰੀ, ਰਾਈਟ। ਸੋ ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਕੀ ਆ ਗਿਆ, ਹੁਣ ਅਸੀਂ ਇਹ ਤਾਂ ਡਿਸਕਸ ਕਰ ਲਿਆ ਕਿ ਸਾਡੇ ਕੋਲ ਜਿਹੜੀ ਇਮਿਊਨਿਟੀ ਹੈ ਉਹ ਦੋ ਤਰ੍ਹਾਂ ਦੀ ਹੈ ਸਾਡੇ ਕੋਲ, ਐਕਵਾਇਰਡ ਇਮਿਊਨਿਟੀ, ਵਨ ਇਜ਼ ਇਨੇਟ ਇਮਿਊਨਿਟੀ। ਜਿਹੜੀ ਅਸੀਂ ਐਕਵਾਇਰਡ ਇਮਿਊਨਿਟੀ ਪੜ੍ਹਦੇ ਪਏ, ਜਿਸ 'ਚ ਅਸੀਂ ਅਗੇਨ ਐਂਡ ਅਗੇਨ ਇਹ ਰਿਪੀਟ ਕਰ ਰਹੇ ਹਾਂ ਕਿ ਸਾਡੇ ਬਾਡੀ ਦੇ ਕੁਛ ਇਹੋ ਜਿਹੇ ਸੈਲਸ ਨੇ ਵਿਚ ਹੈਲਪ ਇਨ ਫਾਈਟ ਅਗੇਂਸਟ ਦ ਮਾਈਕਰੋ ਆਰਗੇਨਿਜ਼ਮ। ਉਹ ਕਿਹੜੇ ਤਰ੍ਹਾਂ ਦੇ ਸੈਲਸ ਨੇ, ਜਾਂ ਜਿਹੜੇ ਹੁਣੇ ਅਸੀਂ ਪ੍ਰਾਇਮਰੀ ਅਤੇ ਸੈਕੰਡਰੀ ਰਿਸਪੌਂਸਿਸ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਕਿ ਪ੍ਰਾਇਮਰੀ ਰਿਸਪੌਂਸ ਕੀ ਹੈ, ਸੈਕੰਡਰੀ ਰਿਸਪੌਂਸ ਕੀ ਹੈ ਅਗੇਂਸਟ ਦਾ ਮਾਈਕਰੋ ਆਰਗੇਨਿਜ਼ਮ, ਉਹਦੇ ਵਿੱਚ ਕਿਹੜੇ ਤਰ੍ਹਾਂ ਦੇ ਸੈੱਲ ਕੰਮ ਕਰਦੇ ਨੇ, ਹੁਣ ਅਸੀਂ ਉਹ ਡਿਸਕਸ ਕਰਨਾ ਹੈ। ਸੋ ਜਿਹੜਾ ਅਸੀਂ ਹੁਣੇ ਪ੍ਰਾਇਮਰੀ ਅਤੇ ਸੈਕੰਡਰੀ ਇਮਿਊਨ ਰਿਸਪੌਂਸਿਸ ਦੀ ਗੱਲ ਕੀਤੀ ਹੈ, ਉਹ ਦੋ ਸਪੈਸ਼ਲ ਤਰ੍ਹਾਂ ਦੇ ਸੈਲਸ ਨੇ ਜਿਹੜੇ ਕਰਦੇ। ਇਹਦਾ ਮਤਲਬ ਐਕਵਾਇਰਡ ਇਮਿਊਨਿਟੀ ਦੇ ਵਿੱਚ ਸਾਡੀ ਬਾਡੀ ਦੇ ਦੋ ਸਪੈਸ਼ਲ ਤਰ੍ਹਾਂ ਦੇ ਸੈਲਸ, ਲਿੰਫੋਸਾਈਟਸ, ਉਹ ਹੈਲਪ ਕਰਦੇ ਨੇ ਟੂ ਫਾਈਟ ਅਗੇਂਸਟ ਫੋਰਨ ਆਬਜੈਕਟਸ। ਦੋ ਤਰ੍ਹਾਂ ਦੇ ਸੈਲਸ ਨੇ,
ਬੀ ਸੈਲਸ ਐਂਡ ਟੀ ਸੈਲ, ਜਾਂ ਜਿਨ੍ਹਾਂ ਨੂੰ ਅਸੀਂ ਬੀ ਲਿੰਫੋਸਾਈਟਸ ਤੇ ਟੀ ਲਿੰਫੋਸਾਈਟਸ ਵੀ ਕਹਿੰਦੇ ਹਾਂ। ਬੀ ਲਿੰਫੋਸਾਈਟਸ ਕਿਵੇਂ ਲੜਦੇ ਨੇ? ਉਹ ਆਪ ਨਹੀਂ ਲੜਦੇ, ਉਹ ਇੱਕ ਤਰ੍ਹਾਂ ਦੇ ਐਂਟੀਬੋਡੀਜ਼ ਪ੍ਰੋਵਾਈਡ ਕਰਦੇ ਨੇ। ਸਾਡੀ ਬੋਡੀ ਦੇ ਵਿੱਚ ਇੱਕ ਤਰ੍ਹਾਂ ਦੇ ਉਹ ਪ੍ਰੋਟੀਨਸ ਪੈਦਾ ਕਰਦੇ ਨੇ ਬੀ ਲਿੰਫੋਸਾਈਟਸ, which are called as antibodies, and these antibodies fight against the foreign microorganism or foreign objects. Means ਇਹ ਵਾਲੇ ਜਿਹੜੇ lymphocytes ਨੇ, they produce proteins called antibodies, whereas ਜਿਹੜੇ T lymphocytes ਨੇ ਉਹ ਆਪ ਤਾਂ ਐਂਟੀਬੋਡੀ ਪੈਦਾ ਨਹੀਂ ਕਰਦੇ, ਬਟ ਹਾਂ ਉਹ ਬੀ ਲਿੰਫੋਸਾਈਟ ਦੀ ਹੈਲਪ ਜ਼ਰੂਰ ਕਰਦੇ ਨੇ ਐਂਟੀਬੋਡੀ ਪੈਦਾ ਕਰਨ 'ਚ, right? So these are the two cells which helps the body to produce primary and secondary immune responses. ਕਦੋਂ ਪੈਦਾ ਹੁੰਦੇ ਨੇ ਪ੍ਰਾਇਮਰੀ ਤੇ ਸੈਕੰਡਰੀ ਇਮਿਊਨ ਰਿਸਪੌਂਸ? ਜਦੋਂ ਕੋਈ ਫੋਰਨ ਮਾਈਕਰੋ ਆਰਗੈਨਿਜ਼ਮ ਜਾਂ ਫੋਰਨ ਆਬਜੈਕਟ ਸਾਡੀ ਬੋਡੀ 'ਚ ਐਂਟਰ ਕਰਦਾ ਹੈ, ਰਾਈਟ? ਸੋ ਇਹ ਸਭ ਅਸੀਂ ਟੌਪਿਕ ਪੜ੍ਹ ਰਹੇ ਐਕਵਾਇਰਡ ਇਮਿਊਨਿਟੀ 'ਚ। ਇਨੇਟ ਇਮਿਊਨਿਟੀ ਜਸਟ ਸਾਡੀ ਬੋਡੀ ਦੇ ਬੈਰੀਅਰਸ ਨੇ ਜਿਹੜੇ ਨੋਨ ਸਪੈਸੀਫਿਕ ਟਾਈਪ ਆਫ ਇਮਿਊਨਿਟੀ ਪ੍ਰੋਵਾਈਡ ਕਰਦੇ ਆ, ਠੀਕ ਹੈ? ਹੁਣ ਅਸੀਂ ਡਿਫਰੈਂਸ ਪੜ੍ਹਾਂਗੇ, what are the various differences between B lymphocytes and T lymphocytes, right? So ਸਭ ਤੋਂ ਪਹਿਲਾਂ ਸਾਡੇ ਕੋਲ ਹੈ B lymphocyte ਤੇ T lymphocyte ਦਾ ਪਹਿਲਾ ਪੁਆਇੰਟ, ਜਿਹਦੇ ਵਿੱਚ ਅਸੀਂ ਇਹ ਦੇਖਾਂਗੇ B lymphocytes ਤੇ T lymphocytes ਪੈਦਾ ਕਿੱਥੇ ਹੁੰਦੇ ਆ and where they get mature or differentiated. So B lymphocytes they arise from bone marrow, ठीक है? Bone marrow is the tissue present inside the long bones of the body, right? Bursa fabricus in case of fowl, ਉੱਥੇ B lymphocyte ਪੈਦਾ ਹੁੰਦੇ ਆ। Pear patches, gut associated lymphoid tissue, these are the parts of lymphatic system, ਜਿਹੜਾ ਅਸੀਂ later on discuss ਕਰਾਂਗੇ। ਜਿਹੜੇ T lymphocytes ਨੇ, no doubt they arise from the bone marrow, ਉਹਨਾਂ ਦੀ initial ਜਿਹੜੀ differentiation ਸ਼ੁਰੂ ਹੋ ਰਹੀ ਹੈ bone marrow 'ਚ, but they mature and completely differentiate in thymus, right? Thymus is also the part of this lymphatic system, ਅਸੀਂ ਉਹਦੇ 'ਚ ਪੜਾਂਗੇ, right? Next, B cells form humoral or antibody mediated immune system. So AMIS CMIS ਕੀ ਹੈ, ਇਸ ਤੋਂ ਨੈਕਸਟ ਟੌਪਿਕ 'ਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਇੱਥੇ ਜਸਟ ਇੰਨਾ ਦੇਖ ਲਓ ਕਿ B ਜਿਹੜੇ ਸੈਲਸ ਨੇ ਉਹ ਹਿਊਮੋਰਲ ਔਰ ਐਂਟੀਬੋਡੀ ਮੀਡੀਏਟਡ ਵਨ ਐਂਡ ਦਾ ਸੇਮ ਥਿੰਗ, ਉਹਦੇ ਵਿੱਚ ਉਹ ਵਾਲਾ ਰਿਸਪੌਂਸ ਇਮਿਊਨ ਸਿਸਟਮ ਬਣਾਉਂਦੇ ਆ, ਅਤੇ ਜਿਹੜੇ ਟੀ ਸੈਲਸ ਨੇ ਉਹ CMIS ਬਣਾਉਂਦੇ। ਹੁਣੇ ਡਿਸਕਸ ਕਰਾਂਗੇ ਆਫਟਰ ਦਿਸ ਟੌਪਿਕ। ਉਸ ਤੋਂ ਬਾਅਦ ਬੀ ਲਿੰਫੋਸਾਈਟ ਦੇ ਜਿਹੜੇ ਬੀ ਲਿੰਫੋਸਾਈਟ ਨੇ ਤੁਹਾਡੀ ਬੋਡੀ ਦੇ ਵਿੱਚ ਅਗਰ ਕੋਈ ਵਾਇਰਸ ਜਾਂ ਬੈਕਟੀਰੀਆ ਐਂਟਰ ਕਰਦਾ ਉਹਦੇ ਅਗੇਂਸਟ ਕੰਮ ਕਰਦੇ ਆ। ਜਿਹੜੇ ਟੀ ਲਿੰਫੋਸਾਈਟਸ ਨੇ ਉਹ ਬਹੁਤ ਸਾਰੇ ਤਰ੍ਹਾਂ ਦੇ ਪੈਥੋਜਨ ਦੇ ਅਗੇਂਸਟ ਕੰਮ ਕਰਦੇ, ਇਨਕਲੂਡਿੰਗ ਦੀਜ਼ ਪ੍ਰੋਟਿਸਟ ਐਂਡ ਫੰਜਾਈ, ਰਾਈਟ? ਨੈਕਸਟ ਸਾਡੇ ਕੋਲ ਆ ਗਿਆ ਪਲਾਜ਼ਮਾ ਸੈਲਸ। ਹੁਣ ਕਿਉਂਕਿ ਅਸੀਂ ਬੀ ਸੈੱਲ ਟੀ ਸੈੱਲ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਕੀਤੇ, ਬਟ ਇੱਕ ਜਨਰਲੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਹੜੇ ਬੀ ਸੈਲਸ ਹੁੰਦੇ ਨੇ ਬੇਸਿਕਲੀ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਪਲਾਜ਼ਮਾ ਬੀ ਸੈੱਲ ਅਤੇ ਮੈਮਰੀ ਬੀ ਸੈੱਲ, ਠੀਕ ਹੈ ਜੀ? ਅਤੇ ਜਿਹੜੇ ਟੀ ਸੈਲਸ ਹੁੰਦੇ ਨੇ ਉਹ ਬੇਸਿਕਲੀ ਚਾਰ ਤਰ੍ਹਾਂ ਦੇ ਹੁੰਦੇ ਨੇ। ਜੇ ਅਸੀਂ ਮੋਟੀ ਉਹਦੇ ਦੀ ਕੈਟੇਗਰੀ ਕਰੀਏ ਤਾਂ 4 ਵੇਰੀਅਸ ਟਾਈਪਸ ਆਫ ਟੀ ਸੈਲਸ ਆਰ, ਫਸਟ ਇਜ਼ ਕਿਲਰ ਸੈਲਸ, one is memory cells, one is helper T cells, one is suppressor T cell, right? 4 types of T cells. Killer T cell ਜਿਹਨੂੰ cytotoxic T cells ਵੀ ਕਹਿੰਦੇ ਨੇ, then we have helper T cells, then we have suppressor T cells, then we have memory T cells, right? So B cell ਤੇ T cell ਦੀਆਂ ਟਾਈਪਸ ਨੇ। ਸੋ ਜਿਹੜੇ ਪਲਾਜ਼ਮਾ ਸੈੱਲ ਨੇ, B cell ਹੀ ਹੈ, ਟਾਈਪ ਹੈ ਉਹਨਾਂ ਦੀ, ਉਹ ਜਿੱਥੇ ਇਨਫੈਕਸ਼ਨ ਹੋਈ ਹੈ ਉੱਥੇ ਮੂਵ ਨਹੀਂ ਕਰਕੇ ਜਾਂਦੇ, ਦੇ ਡੂ ਨਾਟ ਮੂਵ ਟੂ ਦਾ ਸਾਈਟ ਆਫ ਇਨਫੈਕਸ਼ਨ। ਲੇਕਿਨ ਇਹਦੀ ਜਿਹੜੀ ਟਾਈਪ ਹੈ ਕਿਲਰ ਸੈਲਸ, ਉਹ ਜਿਹੜੇ ਨੇ ਜਾਂ ਇੱਕ ਤਰ੍ਹਾਂ ਦੇ ਹੋਰ ਸੈਲਸ ਨੇ ਲਿੰਫੋਬਲਾਸਟ, ਦੇ ਮੂਵ ਟੂ ਦਾ ਸਾਈਟ ਆਫ ਇਨਫੈਕਸ਼ਨ। ਮੀਨ ਟੀ ਸੈਲਸ ਜਿਹੜੇ ਨੇ ਦੇ ਮੂਵ ਟੂ ਦਾ ਸਾਈਟ ਆਫ ਇਨਫੈਕਸ਼ਨ, ਬਟ ਬੀ ਸੈਲ ਡੂ ਨਾਟ। ਨੈਕਸਟ ਜਿਹੜਾ ਹੈ ਪੁਆਇੰਟ ਉਹ ਇਹ ਹੈ ਕਿ ਪਲਾਜ਼ਮਾ ਸੈੱਲ ਡੂ ਨਾਟ ਰਿਐਕਟ ਅਗੇਂਸਟ ਕੈਂਸਰਸ ਐਂਡ ਟਰਾਂਸਪਲਾਂਟ। ਹੁਣ ਦੇਖੋ ਸਟੂਡੈਂਟ, ਸਾਡੀ ਬੋਡੀ 'ਚ ਕਈ ਵਾਰੀ ਕੈਂਸਰਸ ਗਰੋਥ ਹੋ ਜਾਂਦੀ ਹੈ ਜਾਂ ਟਰਾਂਸਪਲਾਂਟੇਸ਼ਨ ਕਰਾਉਂਦੇ, ਅਸੀਂ ਕੋਈ ਔਰਗਨ ਜਿਹੜਾ ਸਾਡਾ ਫੇਲ ਹੋ ਗਿਆ, ਅਸੀਂ ਨਿਊ ਜਿਹੜਾ ਉਹਦੀ ਜਗ੍ਹਾ ਟਰਾਂਸਪਲਾਂਟ ਇੰਟਰੋਡਿਊਸ ਕਰਾਉਂਦੇ ਹਾਂ, ਅੱਜ ਕੱਲ੍ਹ ਬਹੁਤ ਕਾਮਨਲੀ ਚੱਲ ਰਿਹਾ। ਪਲਾਜ਼ਮਾ ਸੈੱਲ ਉਹਦੇ ਅਗੇਂਸਟ ਰਿਐਕਟ ਨਹੀਂ ਕਰਦੇ, ਅਤੇ ਜਿਹੜੇ ਹੈ ਟੀ ਸੈੱਲ ਦੀ ਇੱਕ ਟਾਈਪ ਹੈ ਸਪਰੈਸਰ ਸੈੱਲ, ਟੀ ਸੈੱਲ ਦੀ ਇੱਕ ਟਾਈਪ ਹੈ ਕਿਲਰ ਸੈਲਸ, ਇਹ ਟਰਾਂਸਪਲਾਂਟ ਅਤੇ ਕੈਂਸਰ ਸੈੱਲ ਦੇ ਅਗੇਂਸਟ ਕੰਮ ਕਰਦੇ ਹੈ।
ਲਾਸਟ ਪੁਆਇੰਟ ਇਜ਼ ਜਿਹੜੇ ਪਲਾਜ਼ਮਾ ਸੈਲਸ ਨੇ ਉਹਨਾਂ ਦਾ ਸਾਡੇ ਇਮਿਊਨ ਸਿਸਟਮ ਤੇ ਕੋਈ ਵੀ ਇਨਹਿਬਿਟਰੀ ਇਫੈਕਟ ਨਹੀਂ ਹੈ। ਇਨਹਿਬਿਟਰੀ ਮੀਨਸ ਕਿਸੇ ਚੀਜ਼ ਨੂੰ ਰੋਕਣ ਵਾਲਾ, ਰਾਈਟ, ਕਿਸੇ ਚੀਜ਼ ਨੂੰ ਸਪਰੈਸ ਕਰਨ ਵਾਲਾ ਇਫੈਕਟ। ਬਟ ਜਿਹੜੇ ਟੀ ਲਿੰਫੋਸਾਈਟ ਦੀ ਇੱਕ ਟਾਈਪ ਹੈ ਸਪਰੈਸਰ ਸੈੱਲ, ਉਹ ਇਮਿਊਨ ਸਿਸਟਮ ਨੂੰ ਇਨਹਿਬਿਟ ਜਾਂ ਸਪਰੈਸ ਕਰਦੇ ਨੇ। ਠੀਕ ਹੈ ਜੀ। ਬਿਫੋਰ ਅਸੀਂ ਨੈਕਸਟ ਟੌਪਿਕ 'ਤੇ ਪ੍ਰੋਸੀਡ ਕਰੀਏ ਤਾਂ ਐਂਟੀਜਨ ਦੀ ਇੱਕ ਡੈਫੀਨੇਸ਼ਨ ਦੇ ਰਹੀ ਹਾਂ ਬੇਟਾ। ਜਿੰਨੇ ਵੀ ਕੋਈ ਫੋਰਨ ਮੋਲੈਕਿਊਲ ਸਾਡੀ ਬੋਡੀ 'ਚ ਐਂਟਰ ਕਰਦੇ ਨੇ ਉਹਨੂੰ ਅਸੀਂ ਐਂਟੀਜਨ ਕਹਿੰਦੇ ਹਾਂ। ਔਰ ਐਂਟੀਜਨ ਹੀ ਨੇ ਜਿਹੜੀ ਸਾਡੀ ਬੋਡੀ ਨੂੰ ਇੱਕ ਤਰ੍ਹਾਂ ਦੀ ਉਹ ਦਿੰਦੇ ਨੇ, ਸਟਿਮੂਲਸ ਦਿੰਦੇ ਨੇ, ਤਾਂ ਕਿ ਸਾਡੀ ਬੋਡੀ ਉਹਦੇ ਅਗੇਂਸਟ ਐਂਟੀਬੋਡੀ ਪੈਦਾ ਕਰ ਸਕੇ। ਬਾਹਰੋਂ ਆਇਆ ਐਂਟੀਜਨ, ਬੋਡੀ ਨੇ ਪੈਦਾ ਕੀਤਾ ਐਂਟੀਬੋਡੀ, ਤਾਂ ਉਹ ਐਂਟੀਬੋਡੀ ਐਂਟੀਜਨ ਨੂੰ ਖਤਮ ਕਰਨ 'ਚ ਹੈਲਪ ਕਰਦੀ ਹੈ। ਠੀਕ ਹੈ ਜੀ। ਸੋ ਅਸੀਂ ਹੁਣ ਫਰਦਰ ਕਰਨਾ ਹੈ, ਮੈਂ ਤੁਹਾਨੂੰ ਹੁਣੇ ਕਿਹਾ ਸੀਗਾ ਕਿ AMIS ਅਤੇ CMIS ਦਾ ਟੌਪਿਕ ਕਰਾਂਗੇ, ਐਂਟੀਬੋਡੀ ਮੀਡੀਏਟਿਡ ਇਮਿਊਨ ਰਿਸਪੌਂਸ ਅਤੇ ਸੈੱਲ ਮੀਡੀਏਟਿਡ। ਬਟ ਉਸ ਤੋਂ ਪਹਿਲਾਂ ਅਸੀਂ ਹੁਣੇ ਕਿਉਂਕਿ ਐਂਟੀਬੋਡੀ ਬਾਰੇ ਕਾਫੀ ਜ਼ਿਕਰ ਕਰ ਰਹੇ ਹਾਂ ਕਿ ਜਿਹੜੀਆਂ ਐਂਟੀਬੋਡੀਜ਼ ਹੁੰਦੀਆਂ ਨੇ ਉਹ ਸਾਡੇ ਮੇਨਲੀ ਕਿਹੜੇ ਸੈੱਲ ਪੈਦਾ ਕਰਦੇ ਨੇ ਐਂਟੀਬੋਡੀਜ਼, ਅਸੀਂ ਹੁਣੇ ਡਿਸਕਸ ਕਰਕੇ ਆਏ ਹਾਂ B ਸੈੱਲਸ। ਕਿਹੜੇ ਸੈੱਲਸ ਪੈਦਾ ਕਰਦੇ ਨੇ? B ਸੈੱਲਸ। ਸੋ ਟੀ ਸੈੱਲ ਆਪਾਂ ਹੁਣੇ ਡਿਸਕਸ ਕੀਤਾ ਸੀ ਕਿ ਟੀ ਸੈੱਲ ਜਿਹੜੇ ਨੇ ਉਹ ਐਂਟੀਬੋਡੀ ਨਹੀਂ ਪੈਦਾ ਕਰਦੇ, ਟੀ ਸੈੱਲਸ ਹੈਲਪ ਕਰਦੇ ਨੇ B ਸੈੱਲਸ ਦੀ ਟੂ ਪ੍ਰੋਡਿਊਸ ਐਂਟੀਬੋਡੀਜ਼, ਰਾਈਟ। ਸੋ ਐਂਟੀਬੋਡੀ ਅਸੀਂ ਡਿਸਕਸ ਕਰ ਰਹੇ ਹਾਂ ਬਾਰ-ਬਾਰ ਕਿ ਐਂਟੀਬੋਡੀ ਜਿਹੜੀ ਹੈ ਉਹ ਐਂਟੀਜਨ ਦੇ ਅਗੇਂਸਟ ਫਾਈਂਡ ਕਰਦੀ ਹੈ। ਇੱਥੇ ਸਾਨੂੰ ਐਂਟੀਬੋਡੀ ਦਾ ਇੱਕ ਸਟਰਕਚਰ ਡਿਸਕਸ ਕਰਨਾ, ਸਟੱਡੀ ਕਰਨਾ, ਵਿਚ ਇਜ਼ ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ। ਇਨ ਫੈਕਟ ਸਮਟਾਈਮ ਸਾਨੂੰ ਐਗਜ਼ਾਮ ਦੇ ਵਿੱਚ ਇਹਦੀ ਲੇਬਲਿੰਗ ਆ ਜਾਂਦੀ ਹੈ ਔਰ ਸਮਟਾਈਮ ਸਾਨੂੰ ਇਹਨੂੰ ਡਿਸਕਰਾਈਬ ਕਰਨਾ ਵੀ ਆ ਜਾਂਦਾ ਔਰ ਸਮਟਾਈਮ ਸਾਨੂੰ ਡਰਾ ਕਰਨਾ ਵੀ ਆ ਜਾਂਦਾ, ਰਾਈਟ। ਸੋ ਸਟਰਕਚਰ ਆਫ ਐਂਟੀਬੋਡੀ ਦੇ ਵਿੱਚ ਐਂਟੀਬੋਡੀਜ਼ ਆਰ ਆਲਸੋ ਕਾਲਡ ਐਜ਼ ਇਮਿਊਨੋਗਲੋਬਿਨਸ, ਰਾਈਟ, ਇਮਿਊਨੋਗਲੋਬਿਨਸ। ਹੁੰਦੇ ਕੀ ਹੈ ਐਂਟੀਬੋਡੀਜ਼? These are the glycoproteins, glyco word related to carbohydrates, protein you know, they are glycoproteins and ਇਹਨਾਂ ਦਾ ਜਿਹੜਾ ਸਟਰਕਚਰ ਹੈ ਕਿਵੇਂ ਦਾ ਤੁਹਾਨੂੰ ਦਿਖ ਰਿਹਾ ਹੈ? Y shaped। ਹੁਣ ਅਸੀਂ ਕਰਾਂਗੇ ਇਹਦਾ ਸਟਰਕਚਰ ਡਿਸਕਸ। ਇਸ ਸਟਰਕਚਰ 'ਚ ਮੈਨੂੰ 4 ਤਰ੍ਹਾਂ ਦੀਆਂ ਚੇਨਸ ਦਿਖ ਰਹੀਆਂ ਨੇ। ਕਾਹਦੀਆਂ ਚੇਨਸ? ਪੈਪਟਾਈਡ ਚੇਨਸ, ਮੀਨਸ ਅਮਾਈਨੋ ਐਸਿਡ ਦੀਆਂ ਬਣੀਆਂ। ਯੂ ਕੈਨ ਸੀ ਆ 2 ਸਮਾਲ ਚੇਨਸ ਨੇ ਵਿਚ ਆਰ ਕਾਲਡ ਐਜ਼ ਲਾਈਟ ਚੇਨਸ ਐਂਡ ਇਹ ਜਿਹੜੀਆਂ 2 ਚੇਨਸ ਨੇ ਵਿਚ ਆਰ ਕਾਲਡ ਐਜ਼ ਹੈਵੀ ਚੇਨ। ਆ ਦੇਖੋ, 2 ਬਾਹਰ ਵਾਲੀਆਂ ਲਾਈਟ ਚੇਨ ਤਾਂ 2 ਵੱਡੀਆਂ ਅੰਦਰ ਵਾਲੀਆਂ ਹੈਵੀ ਚੇਨਸ। ਠੀਕ ਹੈ ਜੀ। ਇਹ ਜਿਹੜੀਆਂ ਚੇਨਸ ਨੇ ਦੇ ਆਰ ਕਨੈਕਟਿਡ। ਯੂ ਕੈਨ ਸੀ ਡਾਇਗਰਾਮ 'ਚ ਸ਼ੋ ਹੋ ਰਿਹਾ ਕਿ ਕਿਵੇਂ ਕਨੈਕਟਿਡ ਨੇ। ਆ ਦੇਖੋ, these are the disulfide linkages। ਕਿਹੜੇ ਬੌਂਡਸ? ਡਾਈਸਲਫਾਈਡ ਬੌਂਡ ਜਾਂ ਡਾਈਸਲਫਾਈਡ ਲਿੰਕੇਜ। ਯੂ ਕੈਨ ਸੀ ਹੇਅਰ, ਦੇਖੋ ਕਿੰਨੇ ਸਾਰੇ ਡਾਈਸਲਫਾਈਡ ਬੌਂਡਸ ਬਣੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਇਹਦੀ ਜਿਹੜੀ ਰਿਪਰੈਜ਼ੈਂਟੇਸ਼ਨ ਅਸੀਂ ਇਹਨੂੰ ਇੱਦਾਂ ਲਿਖਦੇ ਹਾਂ H2L2 ਵਾਈ 2 ਹੈਵੀ ਚੇਨਸ 2 ਲਾਈਟ ਚੇਨਸ। ਠੀਕ ਹੈ ਜੀ। ਹੁਣ ਅਸੀਂ 2 ਹੈਵੀ ਚੇਨਸ ਤੇ ਜਿਹੜੀਆਂ ਲਾਈਟ ਚੇਨਸ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਉਹਦੇ 'ਚ 2 ਰੀਜਨ ਦਿਖਾਈ ਦੇ ਰਹੇ, ਮੈਨੂੰ ਦਿਖ ਰਹੇ 2 ਰੀਜਨਸ, ਅਪਰ 1 ਲੋਅਰ 1, ਅਪਰ 1 ਲੋਅਰ 1, ਅਪਰ 1 ਲੋਅਰ 1, ਅਪਰ 1। ਮਤਲਬ ਕੁਝ ਉੱਪਰਲੇ ਰੀਜਨਸ ਨੇ, ਕੁਝ ਥੱਲੜੇ ਰੀਜਨ ਨੇ। ਜਿਹੜੇ ਉੱਪਰਲੇ ਰੀਜਨ ਹੈ ਦੇ ਆਰ ਦਾ ਵੇਰੀਏਬਲ ਰੀਜਨਸ ਤੇ ਜਿਹੜੇ ਨੀਚਲੇ ਰੀਜਨਸ ਨੇ ਦੇ ਆਰ ਦਾ ਕੌਨਸਟੈਂਟ ਰੀਜਨਸ। ਉੱਪਰ ਵਾਲੇ ਰੀਜਨਸ ਦੀਜ਼ ਆਰ ਦਾ ਵੇਰੀਏਬਲ ਚੇਨਸ ਔਰ ਵੇਰੀਏਬਲ ਰੀਜਨਸ, ਰਾਈਟ। ਮੈਂ ਲਿਖ ਦਿੰਦੀ ਹਾਂ ਵੇਰੀਏਬਲ ਰੀਜਨ ਤੇ ਜਿਹੜੇ ਨੀਚੇ ਵਾਲੇ ਨੇ ਦੇ ਆਰ ਦਾ ਕੌਨਸਟੈਂਟ ਰੀਜਨਸ, ਰਾਈਟ। ਮੀਨਸ ਲਾਈਟ ਚੇਨ ਦੇ ਵਿੱਚ ਵੀ ਵੇਰੀਏਬਲ ਤੇ ਕੌਨਸਟੈਂਟ ਰੀਜਨ ਹੈ ਤਾਂ ਹੈਵੀ ਚੇਨ ਦੇ ਵਿੱਚ ਵੀ ਵੇਰੀਏਬਲ ਤੇ ਕੌਨਸਟੈਂਟ ਰੀਜਨ ਹੈ। ਜ਼ਿਆਦਾ ਇੰਪੋਰਟੈਂਸ ਅਸੀਂ ਇੱਥੇ ਵੇਰੀਏਬਲ ਰੀਜਨ ਨੂੰ ਕਿਉਂ ਦਿੰਦੇ ਹਾਂ? ਕਿਉਂਕਿ ਇਹਦੇ ਉੱਤੇ ਤੁਸੀਂ ਇੱਕ ਜਗ੍ਹਾ ਦੇਖ ਸਕਦੇ ਹੋ, ਇੱਕ ਸਾਈਡ ਦੇਖ ਸਕਦੇ ਹੋ ਜਿੱਥੇ ਐਂਟੀਜਨ ਆ ਕੇ ਬਾਈਂਡ ਕਰਦਾ। ਇਹ ਐਂਟੀਜਨ ਨੂੰ ਰੈਕੋਗਨਾਈਜ਼ ਕਰਦਾ। ਇੰਪੋਰਟੈਂਟ ਹੈ ਫਿਰ ਤਾਂ, ਕਿਉਂਕਿ ਜੇ ਐਂਟੀਜਨ ਨੂੰ ਰੈਕੋਗਨਾਈਜ਼ ਕਰੇਗਾ ਤਾਂ ਹੀ ਉਹਨੂੰ ਖਤਮ ਕਰੇਗਾ। ਐਂਟੀਬੋਡੀ ਨੇ ਐਂਟੀਜਨ ਨੂੰ ਖਤਮ ਕਰਨਾ ਹੈ। ਸੋ ਆਹ ਜਿਹੜੀਆਂ ਫਰੈਗਮੈਂਟਸ ਨੇ ਜਿਹਦੇ ਉੱਤੇ ਐਂਟੀਜਨ ਬਾਈਂਡਿੰਗ ਸਾਈਟ ਲੱਗੀਆਂ, ਇਹਨਾਂ ਨੂੰ ਫੈਬ ਸਾਈਟਸ ਵੀ ਕਹਿੰਦੇ ਨੇ, ਫਰੈਗਮੈਂਟ ਐਂਟੀਜਨ ਬਾਈਂਡਿੰਗ। ਇਹ ਜਿਹੜੀਆਂ ਸਾਈਟ ਨੇ ਜਿਹਦੇ ਤੇ ਐਂਟੀਜਨ ਬਾਈਂਡਿੰਗ ਸਾਈਟ ਹੈ ਦੇ ਆਰ ਆਲਸੋ ਕਾਲਡ ਐਸ ਫੈਬ ਸਾਈਟਸ, ਫਰੈਗਮੈਂਟ ਐਂਟੀਜਨ ਬਾਈਂਡਿੰਗ, ਕਿਉਂਕਿ ਇੱਥੇ ਐਂਟੀਜਨ ਬਾਈਂਡ ਕਰਦਾ ਹੈ। ਸੋ ਇਹ ਸੀ ਬੇਟਾ ਸਟਰਕਚਰ ਆਫ ਐਂਟੀਬੋਡੀ। ਕੁਛ ਨਹੀਂ ਹੈ, 2 ਲਾਈਟ ਚੇਨ 2 ਹੈਵੀ ਚੇਨ ਬਾਉਂਡ ਬਾਏ these disulfide linkages, 2 ਰੀਜਨ ਨੇ, ਉੱਪਰਲਾ ਵੇਰੀਏਬਲ ਥੱਲੜਾ ਕੌਨਸਟੈਂਟ। ਵੇਰੀਏਬਲ ਰੀਜਨ ਤੇ ਕਿਹੜੀ ਸਾਈਟ ਹੈ? ਐਂਟੀਜਨ ਬਾਈਂਡਿੰਗ ਸਾਈਟ, ਇਹਨਾਂ ਨੂੰ ਫੈਬ ਵੀ ਕਿਹਾ ਜਾਂਦਾ ਹੈ, ਰਾਈਟ। ਠੀਕ ਹੈ ਜੀ। ਸੋ ਨੈਕਸਟ ਅਸੀਂ ਡਿਸਕਸ ਕਰਾਂਗੇ ਕਿਉਂਕਿ ਅਸੀਂ ਹੁਣ ਐਕਵਾਇਰਡ ਇਮਿਊਨਿਟੀ ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ। ਠੀਕ ਹੈ ਜੀ। ਐਕਵਾਇਰਡ ਇਮਿਊਨਿਟੀ ਦੀਆਂ ਅੱਗੇ 2 ਟਾਈਪਸ ਨੇ, ਜਾਂ ਮੈਂ ਇੱਥੇ ਕਹੂੰਗੀ ਐਕਵਾਇਰਡ ਇਮਿਊਨ ਸਿਸਟਮ ਦੀਆਂ ਅੱਗੇ 2 ਟਾਈਪਸ ਨੇ।
ठीक है जी। असी शुरू किया इम्यूनिटी तो 2 टाइप्स, इनेट एक्वायर्ड, बट साडी मेजर कंसनट्रेशन एक्वायर्ड इम्यूनिटी ते है। एक्वायर्ड इम्यूनिटी इम्यून सिस्टम आर ऑफ 2 टाइप्स, ह्यूमोरल ते सैल मीडिएटेड। ठीक है जी। हुणे मैं जिक्र भी किया सी ਜਦੋਂ ਆਪਾਂ डिफरेंस बिटवीन बी ਤੇ टी सैल पढ़िया, मैं दसिया सी कि ਜਿਹੜੇ बी सैल्स ने वो एंटीबॉडी मीडिएटेड इम्यून सिस्टम ਨੂੰ ਡਿਵੈਲਪ ਕਰਾਉਂਦੇ ਆ, ਤਾਂ ਜਿਹੜੇ टी ਨੇ ਉਹ सैल मीडिएटेड ਨੂੰ ਬਣਾਉਂਦੇ। ਪਰ ਅਸੀਂ ਇੱਥੇ ਸਿਸਟਮ ਹੁਣ ਪੜ੍ਹਨੇ ਨੇ। ਸੋ ਐਂਟੀਬॉडी मीडिएटेड इम्यून सिस्टम और ह्यूमोरल इम्यून सिस्टम ਕੀ ਹੈ। ਹਿਊਮੋਰਲ ਵਰਡ ਜਿਹੜਾ ਹੈ ਬੇਟਾ ਉਹ ਸਾਡੇ ਬੋਡੀ ਦੇ ਫਲੂਇਡਸ ਲਈ ਬਣਿਆ। ਹਿਊਮੋਰਲ ਕਿਹੜੇ ਕਿਹੜੇ ਫਲੂਇਡ ਹੈ ਤੁਹਾਡੀ ਬੋਡੀ 'ਚ? ਮੇਨਲੀ ਬਲੱਡ ਤੇ ਲਿੰਫ। ठीक है। सो ये वाला जिहड़ा सिस्टम है इहदा नाम देखो कि एंटीबॉडी मीडिएटेड। इहदा मतलब ये वाले सिस्टम च की पैदा होंदियां एंटीबॉडीज़। तो एक किहदा काम है एंटीबॉडी पैदा करना, असीं यह भी पढ़ लिया, बी सैल्स का। रिलेट हो गई ना सारी गल। हुणे आपां कहा कि बी सैल जिहड़ा वो वाला इम्यून सिस्टम बनांदा है, तो बी सैल होर की पैदा करता? एंटीबॉडी। गल सारी मिल गई ना कि ये वाला जिहड़ा सिस्टम है उहदे च एंटीबॉडी पैदा करते हैं। कौन करता है? बी लिम्फोसाइट्स। एंटीबॉडी तुहाडे ब्लड ते लिम्फ दे विच सर्क्यूलेट करते हैं तो तुहाडी बॉडी नूं बचाते हैं अगेंस्ट बैक्टीरिया एंड वायरसिस। दैन इज सैल मीडिएटेड। ये एक हाईली स्पैशलाइज्ड है, क्योंकि असीं पढ़िया टी सैल्स ने वो डिफेंसिव एक्टिविटी करते हैं, साडी बॉडी च कैरी आउट करते हैं इन ब्लड एंड टिश्यूज़। ये तुहाडी बॉडी नूं प्रोटैक्ट करते हैं अगेंस्ट किहड़े? काफ़ी तरह के पैथोजन्स इंक्लूडिंग प्रोटिस्ट एंड फंजाई। असीं डिफरेंस च पढ़िया सी। ईवन ये सिस्टम ट्रांसप्लांट ते कैंसर सैल के अगेंस्ट भी रिएक्शन दिंदे ने, राइट। सो असीं इत्थे डिफरेंस पढ़ लांगे, ज़्यादा क्लैरिटी आ जाएगी सानू। डिफरेंस बिटवीन एंटीबॉडी मीडिएटेड इम्यून सिस्टम एंड सैल मीडिएटेड इम्यून सिस्टम। फस्ट एक किहड़े सैल ने बनाया? एंटीबॉडी मीडिएटेड बी सैल ने। ठीक है। बी सैल की पैदा करते हैं? एंटीबॉडीज़। एंटीबॉडी की करते हैं? साडी ब्लड ते लिम्फ दे विच सर्क्यूलेट करते हैं तो एंटीजन्स नूं खत्म करते हैं। सैल मीडिएटेड इम्यून सिस्टम किहड़े सैल बनाते हैं? टी सैल्स। टी सैल मैं हुणे दस्सिया सी 4 तरह के ने। हैल्पर टी सैल, साइटोटॉक्सिक टी सैल जिन्हों किलर सैल भी कहते हैं, मैमरी टी सैल ते सप्रैसर टी सैल। सैकेंड डिफरेंस AMIS च साडी AMIS जिहड़ा बी लिम्फोसाइट ने बनाया, देखो दोनों के डिफरेंस रिलेट करेंगे। तुसी बी सैल ते टी सैल का डिफरेंस इन्हों के डिफरेंस नूं रिलेट करके चलना है। तो जिहड़ा AMIS है वो डिफेंड करता अगेंस्ट वायरसिस एंड बैक्टीरिया, तो टी सैल किहदे अगेंस्ट काम करते सी? ऑलमोस्ट ऑल पैथोजन्स इंक्लूडिंग फंजाई एंड प्रोटिस्ट। इट डज नॉट रिस्पॉन्ड अगेंस्ट ट्रांसप्लांट। वही बी सैल वाला डिफरेंस, ये ट्रांसप्लांट के अगेंस्ट काम करता है। ये कैंसर के अगेंस्ट इम्यूनिटी प्रोवाइड नहीं करता, ये करता वही बी सैल ते टी सैल का डिफरेंस, राइट। सो ये क्योंकि AMIS बनाता ही बी सैल है, तो वो डिफरेंस ये डिफरेंस जोड़े है मैच करते हैं, राइट। सो नैक्सट टॉपिक विच वी आर गोइंग टू डिस्कस इज़ एक्टिव एंड पैसिव इम्यूनिटी। की होंदी है एक्टिव ते पैसिव इम्यूनिटी? असी डिफरेंस की फॉर्म दे विच करांगे डिस्कस। 1 by 1 पॉइंट जो डिस्कस करांगे डिफरेंस की फॉर्म के साडा टॉपिक नाल सानू अंडरस्टैंड भी हो जाएगा। सो एक्टिव ते पैसिव इम्यूनिटी की है? ठीक है। जदों सानू कोई इन्फेक्शन हुंदी है, राइट, या जदों सानू कोई वैक्सीन लगी, ठीक है जी, जदों सानू कोई इन्फेक्शन हुई या जदों सानू कोई वैक्सीनेशन लगी, साडी बॉडी ने अपने आप, साडी बॉडी दे सैल्स ने अपने आप एक इम्यूनिटी डिवेलप की जिन्हों असी की बोलते हैं? एक्टिव इम्यूनिटी। आई एम रिपीटिंग अगैन, राइट। जदों साडी बॉडी च कोई इन्फेक्शन हुई, कोई बैक्टीरियल इन्फेक्शन, कोई वायरल इन्फेक्शन, या असी कि जिवें बच्चों को वैक्सीनेशन लगवाने, टीकाकरण लगवाने, राइट, टीकाकरण करवाने। सो जदों सानू कोई इन्फेक्शन हुई है, वैक्सीन लगी, तो साडी बॉडी दे सैल्स ने अपने आप एक इम्यूनिटी प्रोवाइड कर दी, उसी उन्होंने की बोलते हैं? एक्टिव इम्यूनिटी। किवें प्रोवाइड की साडी बॉडी ने? बाय प्रोड्यूसिंग वॉट? बाय प्रोड्यूसिंग एंटीबॉडीज़। की पैदा करके? एंटीबॉडीज़, राइट। ओके। जे असीं पैसिव इम्यूनिटी की गल करिए तो पैसिव इम्यूनिटी दे विच ये उदों बनती है जदों एंटीबॉडी प्रोड्यूस इन अदर ऑर्गेनिज्म आर इंजैक्टेड इनटू अ परसन
ठीक है। जिन्ने देखो मैं सिंपल लैंग्वेज में समझानी है, सपोज सानू कोई इदां दी प्रॉब्लम हो गई कि साडी बॉडी च एंटीजन्स या डिजीज़ हो गई, कोई ऑबवियसली ऑर्गेनिज्म आके ही डिजीज़ करेगा साडी बॉडी च, ਤਾਂ ਅਸੀਂ ਇਹ ਇਮਿਊਨਿਟੀ ਉਦੋਂ ਡਿਵੈਲਪ ਹੋਏਗੀ ਜਦੋਂ ਅਸੀਂ ਐਂਟੀਬਾਡੀ ਪੈਦਾ ਕਿਸੇ ਹੋਰ ਆਰਗੇਨਿਜ਼ਮ 'ਚ ਹੋਏ ਨੇ, ਅਸੀਂ ਇੰਜੈਕਟ ਕਰਤੇ ਉਸ ਆਰਗੇਨਿਜ਼ਮ 'ਚ ਜਿਹਦੇ ਵਿੱਚ ਐਂਟੀਜਨ ਆਏ ਹੈ, ਕਿਸੇ ਹੋਰ ਆਰਗੇਨਿਜ਼ਮ ਦੀ ਬੋਡੀ 'ਚ ਐਂਟੀਬਾਡੀਜ਼ ਬਣਾ ਕੇ ਤਾਂ ਉਸ ਆਰਗੇਨਿਜ਼ਮ ਦੀ ਬੋਡੀ 'ਚ ਪਾਤੇ ਜਿਹਨੂੰ ਕੋਈ ਬਿਮਾਰੀ ਲੱਗੀ ਹੈ। ਤਾਂ ਕੀ ਤੁਹਾਨੂੰ ਕੀ ਅੰਡਰਸਟੈਂਡ ਹੋਇਆ? ਇਹ ਇਸ ਕੇਸ ਦੇ ਵਿੱਚ ਸਾਡੀ ਬੋਡੀ ਆਪ ਐਂਟੀਬਾਡੀ ਪੈਦਾ ਕਰ ਰਹੀ ਹੈ, ਇਹਦੇ ਵਿੱਚ ਸਾਡੀ ਬੋਡੀ ਆਪ ਐਂਟੀਬਾਡੀ ਨਹੀਂ ਪੈਦਾ ਕਰ ਰਹੀ, ਅਸੀਂ ਕਿਸੇ ਹੋਰ ਆਰਗੇਨਿਜ਼ਮ ਦੇ ਵਿੱਚ ਐਂਟੀਬਾਡੀ ਪੈਦਾ ਕਰਾ ਕੇ ਇੰਜੈਕਟ ਇਸ ਆਰਗੇਨਿਜ਼ਮ ਦੀ ਬੋਡੀ 'ਚ ਕਰਤਾ ਜਿਹਨੇ ਐਂਟੀਜਨ ਦੇ ਅਗੇਂਸਟ ਫਾਈਟ ਕਰਨੀ ਹੈ। ਸੋ ਇਸ ਤਰ੍ਹਾਂ ਦੀ ਇਮਿਊਨਿਟੀ ਨੂੰ ਅਸੀਂ ਕੀ ਬੋਲਦੇ ਹਾਂ? ਪੈਸਿਵ ਇਮਿਊਨਿਟੀ, ਰਾਈਟ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਆ ਗਿਆ ਇਹ ਜਿਹੜੀ ਇਮਿਊਨਿਟੀ ਹੈ ਐਕਟਿਵ ਇਮਿਊਨਿਟੀ, ਇਟ ਪ੍ਰੋਵਾਈਡਸ ਰਿਲੀਫ ਆਫਟਰ ਸਮ ਟਾਈਮ। ਇਹ ਕੁਛ ਸਮੇਂ ਬਾਅਦ ਸਾਡੀ ਬੋਡੀ ਨੂੰ ਰਿਲੀਫ ਮਤਲਬ ਸਾਡੀ ਬੋਡੀ ਨੂੰ ਆਰਾਮ ਮਿਲ ਜਾਂਦਾ। ਇਟ ਪ੍ਰੋਵਾਈਡਸ ਰਿਲੀਫ ਆਫਟਰ ਸਮ ਟਾਈਮ, ਕੁਛ ਸਮੇਂ ਬਾਅਦ ਕੀ ਪ੍ਰੋਵਾਈਡ ਕਰ ਦਿੰਦੀ ਹੈ? ਰਿਲੀਫ। ਇਹ ਇਮੀਡੀਏਟਲੀ ਰਿਲੀਫ ਕਰਦੀ ਹੈ। ਸਾਨੂੰ ਆਪਣੇ ਆਪ ਹੀ ਗੱਲ ਸਮਝ ਲੱਗ ਰਹੀ ਹੈ ਇਹ ਕੁਛ ਸਮੇਂ ਬਾਅਦ ਕਿਉਂ ਰਿਲੀਵ ਕਰਦੀ ਹੈ ਤੇ ਇਮੀਡੀਏਟਲੀ ਕਿਉਂ ਕਰਦੀ ਹੈ? ਵਾਈ? ਕਿਉਂਕਿ ਦੇਖੋ ਇਹਨੇ ਸਾਰਾ ਕੰਮ ਕਰਨਾ ਨਾ, ਆਪ ਐਂਟੀਬਾਡੀ ਵੀ ਆਪ ਪੈਦਾ ਕਰਨੇ ਆ ਨਾ, ਤਾਂ ਇਹਦੇ ਵਿੱਚ ਤੁਸੀਂ ਐਂਟੀਬਾਡੀਜ਼ ਖੁਦ ਇੰਜੈਕਟ ਕਰਾਏ ਹੈ, ਤਾਂ ਫਿਰ ਫਟਾਫਟ ਰਿਲੀਫ ਮਿਲ ਜੂਗਾ, ਫਟਾਫਟ ਆਰਾਮ ਮਿਲ ਜੂਗਾ ਕਿਸੇ ਬਿਮਾਰੀ ਦੇ ਅਗੇਂਸਟ ਜਾਂ ਕਿਸੇ ਪੈਥੋਜਨ ਦੇ ਅਗੇਂਸਟ। ਗੱਲ ਅੰਡਰਸਟੈਂਡ ਕਰ ਰਹੇ ਹੋ? ਠੀਕ ਹੈ ਜੀ। ਥਰਡ ਪੁਆਇੰਟ, ਇਹਦੇ ਕੋਈ ਵੀ ਸਾਈਡ ਇਫੈਕਟਸ, ਨੋ ਸਾਈਡ ਇਫੈਕਟਸ, ਠੀਕ ਹੈ ਜੀ। ਜਦ ਕਿ ਇਸ ਕੇਸ ਦੇ ਵਿੱਚ ਇਹ ਜਿਹੜੀ ਇਮਿਊਨਿਟੀ ਹੈ ਇਹਦੇ ਕੁਛ ਤੁਸੀਂ ਕਹਿ ਦਿਓ ਰਿਐਕਸ਼ਨਸ, ਕੁਛ ਸਾਈਡ ਇਫੈਕਟਸ ਹੋ ਸਕਦੇ ਨੇ, ਠੀਕ ਹੈ ਜੀ। ਨੈਕਸਟ ਡਿਫਰੈਂਸ ਹੈ ਇੰਪੋਰਟੈਂਟ, ਇਹ ਲੌਂਗ ਲਾਸਟਿੰਗ ਹੈ ਕਿਉਂਕਿ ਤੁਹਾਡੀ ਬੋਡੀ ਨੇ ਆਪ ਪੈਦਾ ਕੀਤੇ ਆ ਅਤੇ ਲੰਬੇ ਸਮੇਂ ਲਈ ਕੰਮ ਕਰਦੇ ਆ। ਹੁਣ ਕਿਉਂਕਿ ਇਹ ਤੁਸੀਂ ਆਪ ਐਂਟੀਬਾਡੀ ਬਾਹਰੋਂ ਇੰਜੈਕਟ ਕਰਾਏ ਹੈ ਤਾਂ ਫਿਰ ਇਹ ਇਮੀਡੀਏਟਲੀ ਮਤਲਬ ਕਿ ਇਮੀਡੀਏਟ ਰਿਲੀਫ ਤਾਂ ਆਰਾਮ ਤਾਂ ਦੇ ਦੂਗੀ ਪਰ ਲੰਬੇ ਸਮੇਂ ਲਈ ਨਹੀਂ, ਠੀਕ ਹੈ ਜੀ। ਸੋ ਇਹ ਸੀਗਾ ਇਹਦਾ ਕੁਛ ਡਿਫਰੈਂਸਿਸ, ਠੀਕ ਹੈ। ਸੋ ਇੱਕ ਬਸ ਇੰਪੋਰਟੈਂਟ ਪੁਆਇੰਟ ਇੱਥੇ ਨੋਟ ਕਰਨ ਵਾਲਾ ਹੈ ਕਿ ਜਦੋਂ ਇੱਕ ਬੇਬੀ ਡਿਲੀਵਰ ਕਰਦੀ ਹੈ ਮਦਰ, ਉਹਦੀ ਬੋਡੀ 'ਚ ਜਿਹੜਾ ਮਿਲਕ ਪੈਦਾ ਹੁੰਦਾ ਫॉर द ਵੈਰੀ ਫਸਟ ਟਾਈਮ, ਉਹਨੂੰ ਕੋਲੋਸਟਰਮ ਕਹਿੰਦੇ ਆ, ਸਾਨੂੰ ਪਤਾ ਹੈ, ਯੈਲੋਇਸ਼ ਕਲਰ ਦਾ ਹੁੰਦਾ ਹੈ, ਵੈਰੀ ਇੰਪੋਰਟੈਂਟ। ਉਹਦੇ ਵਿੱਚ ਬਹੁਤ ਸਾਰੇ ਇੱਕ ਤਰ੍ਹਾਂ ਦੇ ਐਂਟੀਬਾਡੀ ਜਾਂ ਇਮਿਊਨੋਗਲੋਬਿਨਸ ਕਹਿ ਲਓ ਪ੍ਰੈਜ਼ੈਂਟ ਹੁੰਦੇ ਨੇ, IgA, ਇਟ ਇਜ਼ ਦਾ ਟਾਈਪ ਆਫ ਇਮਿਊਨੋਗਲੋਬਿਨਸ ਜਿਹੜੇ ਬੱਚੇ ਨੂੰ ਪ੍ਰੋਟੈਕਟ ਕਰਦੇ ਨੇ ਅਗੇਂਸਟ ਵੇਰੀਅਸ ਟਾਈਪ ਆਫ ਇਨਫੈਕਸ਼ੀਅਸ ਏਜੰਟ। ਸੋ ਇਹ ਐਂਟੀਬਾਡੀ ਮਦਰ ਤੋਂ ਬੱਚੇ ਤੱਕ ਜਾਂਦੇ ਨੇ ਥਰੂ ਪਲੇਸੈਂਟਾ। ਸੋ ਇਹ ਕਿਉਂਕਿ ਐਂਟੀਬਾਡੀ ਪੈਦਾ ਮਦਰ ਦੀ ਬੋਡੀ 'ਚ ਹੋਏ ਪਰ ਬੱਚੇ ਨੂੰ ਮਿਲੇ, ਈਵਨ ਮਿਲਕ ਦੇ ਥਰੂ ਵੀ ਮਿਲ ਜਾਂਦੇ, ਈਵਨ ਪਲੇਸੈਂਟਾ ਦੇ ਥਰੂ ਵੀ ਮਿਲ ਜਾਂਦੇ, ਬੋਥ ਸਾਈਡ ਬੋਥ ਦਾ ਥਿੰਗਸ ਆਰ ਦੇਅਰ। ਮਿਲਕ ਦੇ ਵਿੱਚ ਵੀ ਬਹੁਤ ਸਾਰੇ ਐਂਟੀਬਾਡੀਜ਼ ਹੁੰਦੇ ਨੇ, ਜਿਹੜਾ ਫਸਟ ਮਿਲਕ ਹੈ ਬੱਚੇ ਨੂੰ ਦੇਣਾ ਜ਼ਰੂਰੀ ਹੈ, ਅਤੇ ਬਾਕੀ ਡਿਊਰਿੰਗ ਪ੍ਰੈਗਨੈਂਸੀ ਵੀ ਇਹ ਜਿਹੜੇ ਇਮਿਊਨੋਗਲੋਬਿਨਸ ਨੇ ਇਹ ਮਦਰ ਤੋਂ ਬੱਚੇ ਤੱਕ ਜਾਂਦੇ ਥਰੂ ਪਲੇਸੈਂਟਾ। ਦਿਸ ਇਜ਼ ਦਾ ਐਗਜ਼ਾਮਪਲ ਆਫ ਪੈਸਿਵ ਇਮਿਊਨਿਟੀ ਕਿਉਂਕਿ ਜਿਹੜੇ ਐਂਟੀਬਾਡੀਜ਼ ਨੇ ਪੈਦਾ ਮਦਰ ਦੀ ਬੋਡੀ 'ਚ ਹੋਏ ਨੇ ਬਟ ਗਏ ਕਿਹਦੇ 'ਚ ਨੇ, ਕੰਮ ਕਿਹਦੇ 'ਚ ਕਰਨਗੇ? ਬੱਚੇ 'ਚ, ਇਨਫੈਂਟ ਦੇ ਵਿੱਚ, ਰਾਈਟ। ਸੋ ਜਿਹੜੀ ਇਹ ਵਾਲੀ ਹੈ ਐਕਟਿਵ ਇਮਿਊਨਿਟੀ, ਇਹਦੀ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਕਿ ਜਦੋਂ ਸਾਨੂੰ ਕੋਈ ਨਾ ਕੋਈ ਇਨਫੈਕਸ਼ਨ ਹੁੰਦੀ ਹੈ ਜਾਂ ਵੈਕਸੀਨੇਸ਼ਨ ਲੱਗਦੀ ਹੈ, ਜਿਹੜੇ ਐਂਟੀਬਾਡੀ ਪੈਦਾ ਹੁੰਦੇ ਨੇ ਸਾਡੀ ਬੋਡੀ ਟੂ ਅਗੇਂਸਟ ਦੈਟ ਵੈਕਸੀਨਸ ਔਰ ਇਨਫੈਕਸ਼ਨਸ, they are example of active immunity. So this was the basic these were the basic concepts of immune system or immunology or immunity.